ਸ੍ਰੀ ਵਾਹਿਗੁਰੂ। ਗੁਰੂ ਨਾਨਕ ਪਾਦ ਬੰਦਨ ਪਾਦ ਸਿਮਰੋ ਅੰਗਦ ਦੁਖ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਘਨਨ ਕੇ ਬਿਘਨਨ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਈ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ ਤਰੋ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਹੈ ਬਿਗਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਡਾਰ ਹੈਨ ਪਰ ਜ਼ੀਨ ਤਬ ਭਏ ਸਤਿਗੁਰੂ ਤਿਆਰ। ਚੜੇ ਸਿੰਘ ਬੈਰਾੜ ਗਨ ਚਲੇ ਉਜਾਰ ਉਜਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਹਾਜ਼ਰੀਆਂ ਭਰ ਰਹੇ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਨੌਵੇਂ ਪਾਤਸ਼ਾਹ ਜਗਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸਕ ਸਥਾਨ ਤੇ ਨਿਤਾ ਪ੍ਰਤੀ ਜੁੜ ਕੇ ਕਲਗੀਧਰ ਪੰਥ ਦੇ ਵਾਲੀ ਚਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਦੇਗ ਔਰ ਤੇਗ ਕੇ ਧਨੀ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਆਪ ਜੀ ਬਹੁਤ ਹੀ ਅਦਬ ਸਤਿਕਾਰ ਔਰ ਸ਼ਰਧਾ ਸਹਿਤ ਸਰਵਣ ਕਰ ਰਹੇ। ਗਰੀਬ ਨਵਾਜ ਸਾਹਿਬ ਜੀ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਈ ਭਾਗੋ ਜੀ ਨੂੰ ਕਿਰਤਾਰਥ ਕੀਤਾ ਹੈ ਔਰ ਇੱਥੇ
ਮੁਕਤੀ ਦਾ ਸਦਾ ਵਰਤ ਲੰਗਰ ਲਾ ਕੇ ਗਰੀਬ ਨਵਾਜ ਪਾਤਸ਼ਾਹ ਜੀ ਨੇ ਸ੍ਰੀ ਮੁਕਤਸਰ ਸਾਹਿਬ ਤੋਂ ਅੱਗੇ ਚਾਲਾ ਮਾਰਿਆ ਤਾਂ ਇੱਕ ਸਰੋਵਰ ਦੇ ਕੰਢੇ ਸਤਿਗੁਰੂ ਜੀ ਨੇ ਉਤਾਰਾ ਕੀਤਾ, ਜਿੱਥੇ ਇੱਕ ਲੰਮੀ ਉਮਰ ਦੇ ਮਹਾਤਮਾ ਬਾਬਾ ਭੂੰਦੜ ਜੀ ਕਰਕੇ ਤਿਨਾਂ ਦਾ ਨਾਂ ਇਤਿਹਾਸ ਵਿੱਚ ਆਇਆ ਹੈ। ਉਹ ਰਹਿੰਦੇ ਸਨ। ਉਹਨਾਂ ਨੇ ਕਲਗੀਧਰ ਦੀ ਛੋਟੀ ਉਮਰ ਨੂੰ ਵੇਖ ਕੇ ਥੋੜਾ ਜਿਹਾ ਹੰਕਾਰ ਕਰਦਿਆਂ ਆਪਣੀ ਲੰਮੀ ਉਮਰ ਦਾ ਤਰਕ ਕੀਤਾ, ਪਰ ਜਦੋਂ ਕਲਗੀਧਰ ਜੀ ਨੇ ਕਿਰਪਾ ਕੀਤੀ, ਇਹਨਾਂ ਦੇ ਮਨ ਦਾ ਮਾਣ ਦੂਰ ਹੋਇਆ। ਗੁਰਦੇਵ ਦੀ ਦਇਆ ਦ੍ਰਿਸ਼ਟੀ ਨਾਲ ਇਹਨਾਂ ਦੇ ਅੰਦਰ ਦੇ ਭਰਮ ਦੇ ਪਰਦੇ ਦੂਰ ਹੋਏ ਤੇ ਆਤਮਾ ਦੇ ਗਿਆਨ ਦਾ ਪ੍ਰਕਾਸ਼ ਹੋਇਆ। ਇਸ ਤਰ੍ਹਾਂ ਇਸ ਮਹਾਤਮਾ ਨੂੰ, ਇਸ ਸਾਧੂ ਨੂੰ ਸਤਿਗੁਰੂ ਜੀ ਨੇ ਕਿਰਤਾਰਥ ਕੀਤਾ ਔਰ ਦਇਆਨਿਧ ਸੁਆਮੀ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਇੱਥੋਂ ਅੱਗੇ ਨੂੰ ਵਧੇ ਹਨ। ਆਓ ਮਨ ਬਿਰਤੀਆਂ ਇਕਾਗਰ ਕਰਕੇ ਕਲਗੀਧਰ ਜੀ ਦਾ ਪਵਿੱਤਰ ਪਾਵਨ ਇਤਿਹਾਸ ਸਰਵਣ ਕਰੀਏ, ਜਿੱਥੇ ਸਰੀਰ ਕਰਕੇ ਹਾਜ਼ਰੀਆਂ ਗੁਰੂ ਚਰਨਾਂ ਚ ਲਵਾ ਰਹੇ ਹਾਂ। ਆਪਣੀਆਂ ਸੁਰਤੀਆਂ ਦੀ ਹਾਜ਼ਰੀ ਗੁਰਦੇਵ ਦੇ ਚਰਨਾਂ ਚ ਲਵਾਉਂਦਿਆਂ ਆਪਣੀ ਰਸਨਾ ਨੂੰ ਪਵਿੱਤਰ ਕਰੋ ਤੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਡਾਰ ਹੈਨ ਪਰ ਜ਼ੀਨ ਤਬ ਭਏ ਸਤਿਗੁਰੂ ਤਿਆਰ। ਇਸ ਮਹਾਤਮਾ ਨੂੰ, ਸਾਧੂ ਨੂੰ ਕਿਰਤਾਰਥ ਕਰਕੇ ਸਤਿਗੁਰੂ ਜੀ ਨੇ ਹੁਕਮ ਕੀਤਾ, ਘੋੜਿਆਂ ਤੇ ਕਾਠੀਆਂ ਪਾਈਆਂ, ਸਤਿਗੁਰਾਂ ਦੇ ਘੋੜੇ ਨੂੰ ਸ਼ਿੰਗਾਰਿਆ ਗਿਆ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਇੱਥੋਂ ਚੱਲਣ ਵਾਸਤੇ ਤਿਆਰ ਹੋਏ। ਚੜੇ ਸਿੰਘ ਬੈਰਾੜ ਗਨ ਚਲੇ ਉਜਾਰ ਉਜਾਰ। ਮਹਾਰਾਜ ਜੀ ਦੇ ਨਾਲ ਇਸ ਇਲਾਕੇ ਦੇ ਜਿਹੜੇ ਬੈਰਾੜ ਗੋਤਰ ਦੇ ਸਿੰਘ ਸਨ, ਮਹਾਰਾਜ ਜੀ ਨੇ ਨੌਕਰ ਆਪਣੇ ਕੋਲ ਭਰਤੀ ਕੀਤੇ ਸਨ। ਉਹ ਫੌਜਾਂ ਸਤਿਗੁਰਾਂ ਦੇ ਨਾਲ ਨੇ, ਉਹ ਵੀ ਘੋੜਿਆਂ ਤੇ ਸਵਾਰ ਹੋ ਕੇ ਸਤਿਗੁਰਾਂ ਦੇ ਸਮੇਤ। ਅੱਗੇ ਉਜਾੜ ਹੀ ਸੀ, ਦੂਰ ਦੂਰ ਤੱਕ ਇਹ ਜੰਗਲ ਦਾ ਇਲਾਕਾ ਸੀ, ਵਸੋਂ ਬਹੁਤ ਘੱਟ ਸੀ ਇਸ ਇਲਾਕੇ 'ਚ। ਇਹ ਤਾਂ ਕਲਗੀਧਰ ਜੀ ਦੀ ਕਿਰਪਾ ਨਾਲ ਹੁਣ ਸੰਘਣੀ ਵਸੋਂ ਹੈ, ਮਾਲਵਾ ਹੈ। ਉਸ ਵੇਲੇ ਤਾਂ ਉਜਾੜ ਹੀ ਸੀ ਦੂਰ ਤੱਕ, ਤੋ ਉਜਾੜ ਹੀ ਉਜਾੜ ਹੈ, ਦੂਰ ਤਾਈਂ ਨਜ਼ਰ ਆਉਂਦਾ ਹੈ। ਉਸ ਉਜਾੜ ਵਿੱਚ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਲ ਇਹ ਸਾਰੀਆਂ ਫੌਜਾਂ ਕਮਰ ਕੱਸੇ ਕਰਕੇ ਜਾ ਰਹੀਆਂ ਹਨ। ਚੌਪਈ ਨੌ ਥੇ ਜਬ ਸ਼੍ਰੀ ਪ੍ਰਭ ਗਏ। ਅੱਗੇ ਇੱਕ ਨਗਰ ਆਇਆ ਹੈ, ਇਸ ਨਗਰ ਦਾ ਨਾਮ ਹੈ ਨੌ ਥੇ। ਨੌ ਥੇ ਨਗਰ ਜਦੋਂ ਕਲਗੀਧਰ ਪਾਤਸ਼ਾਹ ਜੀ ਆਏ ਤਹਿ ਕੇ ਨਰਗਨ ਆਵਤ ਭਏ। ਤਾਂ ਇਸ ਪਿੰਡ ਦੇ ਲੋਕਾਂ ਨੂੰ ਪਤਾ ਲੱਗਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆ ਰਹੇ ਨੇ, ਸਾਡੇ ਨਗਰ ਦੇ ਕੋਲ ਉਤਰਨ ਲੱਗੇ ਨੇ। ਤਾਂ ਨਗਰ ਦੇ ਜਿਹੜੇ ਲੋਕ ਸਨ ਨੌ ਥੇ ਦੇ, ਇਹ ਪਹਿਲਾਂ ਹੀ ਅੱਗੇ ਆ ਕੇ ਕਲਗੀਧਰ ਜੀ ਨੂੰ ਮਿਲੇ। ਹੱਥ ਜੋੜ ਤਿਨ ਅਰਜ਼ ਗੁਜ਼ਾਰੀ। ਇਹਨਾਂ ਨੇ ਹੱਥ ਜੋੜ ਕੇ ਸਤਿਗੁਰੂ ਜੀ ਦੇ ਚਰਨਾਂ 'ਚ ਬੇਨਤੀ ਕੀਤੀ। ਬੜੇ ਸਤਿਕਾਰ ਨਾਲ ਸਤਿਗੁਰਾਂ ਨੂੰ ਬੇਨਤੀ ਕਰਕੇ ਕਹਿਣ ਲੱਗੇ, ਆਪ ਚੰਮੂ ਹਜ਼ਰਤ ਕੀ ਮਾਰੀ। ਕਹਿਣ ਲੱਗੇ, ਹੇ ਗੁਰੂ ਜੀ, ਤੁਸੀਂ ਔਰੰਗਜ਼ੇਬ ਬਾਦਸ਼ਾਹ ਦੀਆਂ ਫੌਜਾਂ ਮਾਰੀਆਂ ਹਨ। ਔਰੰਗਜ਼ੇਬ ਦੀਆਂ ਫੌਜਾਂ ਨਾਲ ਤੁਹਾਡੀ ਲੜਾਈ ਹੋਈ ਹੈ, ਜੰਗ ਹੋਇਆ ਆਨੰਦਪੁਰ ਸਾਹਿਬ ਦਾ, ਚਮਕੌਰ ਸਾਹਿਬ ਦਾ। ਤੇ ਆ ਹੁਣੇ ਕੁਝ ਦਿਨ ਪਹਿਲਾਂ ਆਪ ਜੀ ਮੁਕਤਸਰ ਸਾਹਿਬ ਵਿਖੇ ਜੰਗ ਲੜ ਕੇ ਆਏ ਹੋ। ਤੁਸੀਂ ਤੁਰਕਾਂ ਦੀਆਂ ਬਹੁਤ ਸਾਰੀਆਂ ਫੌਜਾਂ ਮਾਰੀਆਂ ਹਨ। ਇਸ ਥਲ ਕੀ ਜੈ ਨਹੀਂ ਮੁਕਾਮੂ। ਮਹਾਰਾਜ ਜੀ, ਸਾਡੀ ਬੇਨਤੀ ਹੈ ਕਿ ਤੁਸੀਂ ਸਾਡੇ ਨਗਰ ਵਿੱਚ ਡੇਰਾ ਨਾ ਕਰੋ। ਇਹਨਾਂ ਨੂੰ ਡਰ ਸੀ ਔਰੰਗਜ਼ੇਬ ਦਾ ਕਿ ਸਤਿਗੁਰੂ ਜੀ ਨੇ ਤਾਂ ਔਰੰਗੇ ਦੀਆਂ ਫੌਜਾਂ ਮਾਰੀਆਂ ਨੇ, ਹਿੰਦੁਸਤਾਨ ਦਾ ਉਹ ਬਾਦਸ਼ਾਹ। ਤੋ ਨੌ ਥੇ ਵਾਲਿਆਂ ਨੇ ਹਾਲਾਂਕਿ ਬੇਨਤੀ ਪ੍ਰੇਮ ਨਾਲ ਆ ਕੇ ਕੀਤੀ, ਸਤਿਕਾਰ ਸਤਿਗੁਰਾਂ ਦਾ ਰੱਖਿਆ ਕਿ ਸਤਿਗੁਰੂ ਜੀ
ਆਪ ਜੀ ਸਾਡੇ ਨਗਰ ਦੇ ਵਿੱਚ ਡੇਰਾ ਨਾ ਕਰੋ। ਉਤਰੋ ਜਾਏ ਆਗਲੋ ਗ੍ਰਾਮੂ। ਸਤਿਗੁਰੂ ਜੀ ਆਪ ਜੀ ਇੱਥੋਂ ਅਗਲੇ ਪਿੰਡ ਜਾ ਕੇ ਉਤਰੋ, ਅਗਲੇ ਪਿੰਡ ਵਿੱਚ ਜਾ ਕੇ ਆਪ ਜੀ ਉਤਾਰਾ ਕਰੋ, ਇਹ ਸਾਡੀ ਬੇਨਤੀ ਹੈ। ਬਿਨਤੀ ਸਹਿਤ ਆਪ ਕੋ ਕਹੈ। ਮਹਾਰਾਜ ਸਾਡੇ ਮਨ ਚ ਆਪ ਜੀ ਦਾ ਸਤਿਕਾਰ ਹੈ, ਪਰ ਮਹਾਰਾਜ ਨਗਰ ਨਿਵਾਸੀਆਂ ਦੇ ਮਨ ਚ ਡਰ ਹੈ, ਭੈ ਹੈ ਔਰੰਗਜ਼ੇਬ ਦਾ। ਆਪ ਜੀ ਦਾ ਸਤਿਕਾਰ ਹੈ ਸਾਡੇ ਸਾਰਿਆਂ ਦੇ ਦਿਲਾਂ ਵਿੱਚ। ਅਸੀਂ ਬੇਨਤੀ ਸਹਿਤ ਆਪ ਜੀ ਦੇ ਚਰਨਾਂ ਵਿੱਚ ਅਰਜ਼ੋਈ ਕਰਦੇ ਹਾਂ ਕਿ ਤੁਸੀਂ ਸਾਡੇ ਇਸ ਨਗਰ ਦੇ ਵਿੱਚ ਡੇਰਾ ਕਰਨ ਦੀ ਬਜਾਏ ਅਗਲੇ ਪਿੰਡ ਜਾ ਕੇ ਉਤਾਰਾ ਕਰ ਲਵੋ। ਹਜ਼ਰਤ ਤੇ ਤਰਾਸਤ ਨਿਤ ਰਹੈ। ਕਿਉਂਕਿ ਅਸੀਂ ਤਾਂ ਔਰੰਗਜ਼ੇਬ ਬਾਦਸ਼ਾਹ ਤੋਂ ਡਰਦੇ ਹਾਂ, ਉਹਦਾ ਭੈ ਸਾਡੇ ਸਾਰੇ ਨਗਰ ਦੇ ਲੋਕਾਂ ਦੇ ਦਿਲ ਵਿੱਚ ਹੈ। ਤਿਨ ਪਰ ਕਿਰਪਾ ਕਰਤ ਚੱਲ ਪਰੇ। ਸਤਿਗੁਰੂ ਜੀ ਨੇ ਜਦੋਂ ਇਹਨਾਂ ਨੇ ਬੇਨਤੀ ਕੀਤੀ, ਮਹਾਰਾਜ ਜੀ ਨੇ ਸਵੀਕਾਰ ਕਰ ਲਈ। ਗੁਰਦੇਵ ਘੋੜੇ ਤੋਂ ਨਹੀਂ ਉਤਰੇ। ਸਤਿਗੁਰੂ ਜੀ ਹਾਲਾਂਕਿ ਇੱਥੇ ਡੇਰਾ ਕਰਨਾ ਚਾਹੁੰਦੇ ਸਨ ਨੌ ਥੇ, ਪਰ ਇਹਨਾਂ ਨਗਰ ਨਿਵਾਸੀਆਂ ਦੀ ਬੇਨਤੀ ਮਹਾਰਾਜ ਜੀ ਨੇ ਮੰਨ ਲਈ। ਇਹਨਾਂ ਨੂੰ ਕੁਝ ਬਚਨ ਨਹੀਂ ਕੀਤਾ ਸਤਿਗੁਰਾਂ ਨੇ। ਗਰੀਬ ਨਵਾਜ ਉਸੇ ਤਰ੍ਹਾਂ ਆਪਣੇ ਆਨੰਦ ਵਿੱਚ ਅਗਲੇ ਨਗਰ ਨੂੰ ਚੱਲ ਪਏ। ਜਾਏ ਮਜਲ ਸਿਰ ਡੇਰਾ ਕਰੇ। ਔਰ ਮਜਲ ਕਰਕੇ ਅੱਗੇ ਡੇਰਾ ਕੀਤਾ। ਫਤੇ ਸਮੂ ਗ੍ਰਾਮ ਅਗਾਰੇ। ਅੱਗੇ ਇੱਕ ਪਿੰਡ ਆਇਆ ਫੱਤਾ ਸਮੂ। ਫੱਤਾ ਸਮੂ ਨਾਮ ਦਾ ਇਹ ਤਕਰੀਬਨ 2 ਪਿੰਡ ਨੇੜੇ ਨੇੜੇ ਵਸਦੇ ਹਨ। ਹਰੇ ਤੁਰੰਗ ਕਰ ਜ਼ੀਨ ਉਤਾਰੇ। ਫੱਤੇ ਸਮੂ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਘੋੜੇ ਤੋਂ ਉਤਰੇ ਨੇ। ਘੋੜਿਆਂ ਦੀਆਂ ਲਗਾਮਾਂ ਪਾ ਕੇ, ਘੋੜਿਆਂ ਨੂੰ ਪਛਾੜੀਆਂ ਪਾ ਕੇ ਬੰਨ੍ਹ ਦਿੱਤਾ, ਕਾਠੀਆਂ ਉਤਾਰੀਆਂ ਗਈਆਂ। ਸਹਿਜ ਸੁਭਾਇਕ ਠਾਂਡੇ ਵਿਚਰਤ। ਸਹਿਜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਘੋੜੇ ਤੋਂ ਲੱਥ ਕੇ ਨਾ ਵਿਚਰਨ ਲੱਗ ਪਏ। ਕਲਗੀਧਰ ਜੀ ਸੱਜੇ ਖੱਬੇ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਟਹਿਲਦੇ ਹੁੰਦੇ ਆ, ਏਦਾਂ ਸਤਿਗੁਰੂ ਸਹਿਜੇ ਸਹਿਜੇ ਟਹਿਲਦੇ ਨੇ, ਵੇਖਦੇ ਨੇ। ਸਿਵਰ ਲੱਗੇ ਕੋ ਹੇਰਤ ਇਤ ਉਤ। ਜਿੱਥੇ ਸਤਿਗੁਰਾਂ ਦੀਆਂ ਸਾਰੀਆਂ ਫੌਜਾਂ ਦਾ ਉਤਾਰਾ ਹੈ, ਸੂਰਮੇ ਉਤਰੇ ਹੋਏ ਨੇ, ਉਹਨਾਂ ਸਾਰਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਕੇ ਮੁਆਇਨਾ ਕਰਕੇ ਵੇਖਦੇ ਹਨ। ਤਿਸ ਛਿਨ ਪੁੰਜ ਹਰੀ ਕੇ ਆਏ। ਇੰਨੇ ਨੂੰ ਲਾਗੇ ਹਰੀ ਕੇ ਪਿੰਡ ਹੈ। ਹਰੀ ਕੇ ਪਿੰਡ ਦੇ ਕੁਝ ਲੋਕ, ਉੱਥੋਂ ਦੇ ਨਗਰ ਦੇ ਰਹਿਣ ਵਾਲੇ ਕੁਝ ਪੰਚ ਸਰਪੰਚ ਜਿਹੜੇ ਨੇ, ਉਹ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਆਏ। ਲੁੰਗੀ ਖੇਸ ਭੇਟ ਹਿਤ ਲਿਆਏ। ਉਹ ਜਿਹੜੇ ਹਰੀ ਕੇ ਪਿੰਡ ਦੇ ਰਹਿਣ ਵਾਲੇ ਪੰਚ ਸਨ, ਉਹ ਸਤਿਗੁਰਾਂ ਵਾਸਤੇ ਇੱਕ ਲੂੰਗੀ, ਜਿਵੇਂ ਚਾਦਰਾ ਹੁੰਦਾ ਨਾ, ਲੂੰਗੀ ਕਹਿ ਦਿੰਦੇ ਆ ਉਹਨੂੰ, ਤੇ ਇੱਕ ਖੇਸ, ਇਹ ਉਸ ਇਲਾਕੇ ਦਾ ਭੇਸ ਸੀ। ਉਹ ਚਾਦਰਾ ਲਾਣਾ, ਲੂੰਗੀ ਲਾਉਣੀ, ਤੇ ਇਹ ਖੇਸ ਜਿਹੜਾ ਉਹਦਾ ਬੁੱਕਲ ਬਾਰਨਾ, ਏਦਾਂ ਦੋਹਾਂ ਪਾਸੇ ਲੜ ਛੱਡ ਕੇ ਨਾ ਖੇਸ ਦੇ, ਤੇ ਉਸ ਤਰੀਕੇ ਦਾ ਹੋ ਜਾ ਭੇਸ ਹੁੰਦਾ ਉਸ ਇਲਾਕੇ ਦਾ। ਕਲਗੀਧਰ ਜੀ ਨੂੰ ਉਹਨਾਂ ਨੇ ਇੱਕ ਖੇਸ ਤੇ ਇੱਕ ਲੂੰਗੀ, ਜਿਹਨੂੰ ਚਾਦਰਾ ਵੀ ਕਹਿ ਸਕਦੇ ਹਾਂ, ਉਹ ਸਤਿਗੁਰਾਂ ਦੇ ਕੋਲ ਲਿਆ ਕੇ ਇਹਨਾਂ ਨੇ ਹਰੀ ਕੇ ਪਿੰਡ ਵਾਲਿਆਂ ਨੇ ਭੇਟ ਕੀਤੀ। ਘਰ ਪਰ ਧਰ ਕਰ ਅਗਰ ਦਿਖਾਈ। ਏਦਾਂ ਹੱਥ ਦੇ ਉੱਤੇ ਧਰ ਕੇ ਨਾ ਤੈਅ ਕਰਕੇ ਠੱਪ ਕੇ ਰੱਖੇ ਹੋਏ ਨੇ ਦੋਵੇਂ ਚੀਜ਼ਾਂ, ਆ ਕੇ ਸਤਿਗੁਰਾਂ ਦੇ ਅੱਗੇ ਰੱਖ ਕੇ ਮਹਾਰਾਜ ਜੀ ਨੂੰ ਵਿਖਾਇਆ। ਕੀਨ ਬੰਦਨਾ ਗਰੀਵ ਨਿਵਾਈ। ਔਰ ਸਤਿਗੁਰਾਂ ਦੇ ਚਰਨਾਂ 'ਚ ਸੀਸ ਨਵਾ ਕੇ ਹਰੀ ਕੇ ਪਿੰਡ ਵਾਲਿਆਂ ਨੇ ਗੁਰਦੇਵ ਨੂੰ ਮੱਥਾ ਟੇਕਿਆ। ਇਹ ਪ੍ਰਭ ਜੀ ਸਭ ਗ੍ਰਾਮ ਹਮਾਰੇ। ਕਹਿਣ ਲੱਗੇ, ਪ੍ਰਭੂ ਜੀ ਇਹ ਸਾਡੇ ਜਿੰਨੇ ਪਿੰਡ ਦੇ ਲੋਕ ਹਨ, ਧੰਨ ਭਾਗ ਭੇ ਦਰਸ ਨਿਹਾਰੇ। ਸਾਡੇ ਸਾਰੇ ਪਿੰਡ ਦੇ ਲੋਕਾਂ ਦੇ ਧੰਨ ਭਾਗ ਨੇ ਕਿ ਸਾਨੂੰ ਆਪ ਜੀ ਦੇ ਦਰਸ਼ਨ ਹੋਏ ਹਨ, ਸਾਨੂੰ ਤੁਹਾਡੇ ਦੀਦਾਰ ਹੋਏ ਹਨ। ਲਿਖ ਲੂੰਗੀ ਸਤਿਗੁਰੂ ਉਠਾਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਿਹੜੀ ਉਹ ਲੂੰਗੀ ਸੀ ਨਾ ਲਿਆਏ, ਚਾਦਰਾ ਜਿਹਾ, ਉਹ ਮਹਾਰਾਜ ਜੀ ਨੇ ਆਪਣੇ ਹੱਥਾਂ ਵਿੱਚ ਚੁੱਕੀ। ਕੱਟ ਤੱਟ ਕੇ ਲਪੇਟ ਚਹੁਕਾਈ। ਤੇ ਗੁਰਦੇਵ ਨੇ ਚੋਲਾ ਪਹਿਨਿਆ ਹੋਇਆ ਸੀ, ਉਹਦੇ ਉੱਤੇ ਹੀ ਨਾ ਲੱਕ ਦੇ ਨਾਲ ਮਹਾਰਾਜ ਜੀ ਨੇ ਉਹ ਲੂੰਗੀ ਜਿਹੜੀ ਸੀ, ਚਾਦਰਾ ਗੁਰਦੇਵ ਨੇ ਬੰਨ ਲਿਆ। ਬਹੁਰ ਖੇਸ ਕੋ ਖੋਲ ਬਿਸਾਲੇ। ਤੇ ਜਿਹੜਾ ਉਹ ਖੇਸ ਸੀ ਉਹਨਾਂ ਨੇ ਭੇਟ ਕੀਤਾ, ਉਹ ਖੇਸ ਮਹਾਰਾਜ ਜੀ ਨੇ ਖੋਲਿਆ, ਉਹਦੇ ਦੋਵੇਂ ਪੱਲੇ ਖਿਲਾਰੇ। ਦੁਐ ਸਕੰਦ ਦੁਐ ਛੋਰਨ ਡਾਲੇ। ਤੇ ਮਹਾਰਾਜ ਜੀ ਨੇ ਨਾ ਏਦਾਂ ਲੱਕ ਦੇ ਵਿੱਚੋਂ ਪਿੱਛੋਂ ਦੀ ਕੱਢ ਕੇ ਉਹ ਪਿੱਛੇ ਨੂੰ ਸੱਟ ਲੈਂਦੇ ਆ,
ਇਸ ਤਰੀਕੇ ਨਾਲ ਤੇ ਉਹ ਜਿਵੇਂ ਸਰਕ ਪਾਈ ਜੀ ਪਾਉਂਦੇ ਆ, ਪਿਛਲੇ ਪਾਸਿਓਂ ਲੱਕ ਦੇ ਘੁਮਾ ਕੇ ਤੇ ਆ ਕੱਛਾਂ ਵਿੱਚੋਂ ਦੋਹਾਂ ਨੂੰ ਉੱਪਰ ਨੂੰ ਪਿੱਛੇ ਨੂੰ ਸੱਟ ਲੈਂਦੇ ਆ ਖੇਸ। ਏਦਾਂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਖੇਸ ਵੀ ਇਹਨਾਂ ਵੱਲੋਂ ਲੈ ਕੇ ਉਹਦੇ ਦੋਵੇਂ ਪੱਲੇ ਮੋਢਿਆਂ ਦੇ ਉੱਪਰੋਂ ਦੀ ਪਿੱਛੇ ਨੂੰ ਸੁੱਟ ਲਏ। ਭੇਸ ਬਣਾਏ ਬੇਸ਼ ਤਿਸ ਦੇਸ਼, ਜਿਹੜਾ ਉਸ ਇਲਾਕੇ ਦਾ ਭੇਸ ਸੀ, ਲੋਕ ਏਦਾਂ ਦੇ ਪੁਸ਼ਾਕ ਬਸਤਰ ਉਸ ਇਲਾਕੇ 'ਚ ਪਹਿਨਦੇ ਸਨ, ਉਦਾਂ ਦਾ ਹੀ ਭੇਸ ਮਹਾਰਾਜ ਗੁਰੂ ਕਲਗੀਧਰ ਜੀ ਨੇ ਬਣਾ ਲਿਆ। ਖਰੇ ਭਏ ਗੁਰ ਫਬੇ ਬਿਪ ਵਿਸ਼ੇਸ਼, ਤੇ ਸਤਿਗੁਰੂ ਜੀ ਬੜੇ ਸੋਹਣੇ ਲੱਗਦੇ, ਚਾਦਰਾ ਲੱਗਾ ਹੋਇਆ ਤੇ ਮੋਢਿਆਂ ਦੇ ਉੱਤੋਂ ਦੀ ਦੋਵੇਂ ਖੇਸਾਂ ਦੇ ਪੱਲੇ ਪਿੱਛੇ ਨੂੰ ਸੁੱਟੇ ਹੋਏ ਤੇ ਬੜੇ ਫਬ ਰਹੇ ਨੇ ਸਤਿਗੁਰੂ ਜੀ। ਨਗਰ ਨਿਵਾਸੀ ਜਿਹੜੇ ਹਰੀਕੇ ਵਾਲੇ ਉਹ ਲੈ ਕੇ ਆਏ ਨੇ ਸਤਿਗੁਰਾਂ ਦੇ ਪਾਸ, ਤੇ ਉਹਨਾਂ ਵੱਲੋਂ ਆਈ ਹੋਈ ਉਹ ਭੇਟਾ ਮਹਾਰਾਜ ਜੀ ਨੇ ਸਰੀਰ ਤੇ ਅੰਗੀਕਾਰ ਕੀਤੀ ਤੇ ਬੜੇ ਸੋਹਣੇ ਪੇ ਲੱਗਦੇ ਆ ਚਾਦਰਾ ਲਾ ਕੇ ਤੇ ਮੋਢਿਆਂ ਦੇ ਉੱਪਰੋਂ ਦੀ। ਕਦੇ ਸਤਿਗੁਰਾਂ ਪਹਿਲਾਂ ਚਾਦਰਾ ਨਹੀਂ ਲਾਇਆ, ਅੱਜ ਤੋਂ ਪਹਿਲਾਂ ਕਦੇ ਇਦਾਂ ਦਾ ਮਹਾਰਾਜ ਜੀ ਨੇ ਭੇਸ ਨਹੀਂ ਸੀ ਬਣਾਇਆ। ਪਹਿਲੀ ਵਾਰ ਗੁਰਦੇਵ ਨੇ ਇਹ ਸਰੂਪ ਆਪਣੇ ਸਰੀਰ ਦਾ ਪ੍ਰਗਟ ਕਰਕੇ ਵਿਖਾਇਆ ਤੇ ਬੜੇ ਫਬ ਰਹੇ ਨੇ, ਬੜੇ ਸੋਹਣੇ ਲੱਗ ਰਹੇ ਨੇ। ਮਾਨ ਸਿੰਘ ਸ਼੍ਰੀ ਪ੍ਰਭ ਸਨ ਭਨਿਓ, ਤੇ ਭਾਈ ਮਾਨ ਸਿੰਘ ਜੀ ਨਿਹੰਗ ਸਿੰਘ ਮਹਾਰਾਜ ਕਲਗੀਧਰ ਦੇ ਬੜੇ ਪਿਆਰੇ ਸਿੰਘ ਨੇ। ਚਮਕੌਰ ਦੀ ਗੜੀ ਵਿੱਚੋਂ ਸਤਿਗੁਰਾਂ ਦੇ ਨਾਲ ਆਏ ਸਨ ਤੇ ਭਾਈ ਮਾਨ ਸਿੰਘ ਜੀ ਕੋਲ ਹੀ ਖੜੇ ਨੇ, ਉਹ ਤਿਆਰ ਬਰ ਤਿਆਰ ਨੇ। ਮਹਾਂਕਾਲ ਨਿਹੰਗ ਸਿੰਘ ਸਨ। ਭਾਈ ਮਾਨ ਸਿੰਘ ਜੀ ਕਲਗੀਧਰ ਜੀ ਨੂੰ ਕਹਿਣ ਲੱਗੇ, ਇਹ ਤਨਖਾਹ ਉਚਿਤ ਕ੍ਰਿਤ ਜਨਿਓ, ਮਹਾਰਾਜ ਜੀ ਤੁਹਾਨੂੰ ਤਨਖਾਹ ਲੱਗਣੀ ਹੈ। ਮਾਨ ਸਿੰਘ ਕਹਿੰਦੇ, ਕਲਗੀਧਰ ਜੀ ਆਪ ਜੀ ਨੂੰ ਤਨਖਾਹ ਲਾਈ ਜਾਣੀ ਹੈ ਹੁਣ ਖਾਲਸੇ ਵੱਲੋਂ, ਕਿਉਂਕਿ ਇਹ ਜਿਹੜਾ ਕੰਮ ਆਪ ਜੀ ਨੇ ਕੀਤਾ ਇਹ ਤਨਖਾਹ ਦੇ ਉਚਿਤ ਹੈ। ਕਿਉਂਕਿ ਜਿਹੜਾ ਬਾਣੇ ਨੂੰ ਧਾਰਨ ਕਰਨ ਵਾਲਾ ਤਿਆਰ ਬਰ ਤਿਆਰ ਸਿੰਘ ਹੋਵੇ, ਉਹਨੂੰ ਚਾਦਰਾ ਲਾਉਣ ਦਾ ਹੁਕਮ ਨਹੀਂ ਹੈ। ਤੇ ਤੁਸੀਂ ਚਾਦਰਾ ਧਾਰਨ ਕੀਤਾ, ਇਹ ਲੂੰਗੀ ਜਿਹੜੀ ਆ ਆਪਣੇ ਸਰੀਰ ਤੇ ਧਾਰਨ ਕੀਤੀ, ਮਹਾਰਾਜ ਤੁਹਾਨੂੰ ਤਨਖਾਹ ਲੱਗਣੀ ਹੈ। ਧੋਤੀ ਕਿਸਮ ਹੁੰਦੀ ਹੈ ਨਾ ਵੀ ਧੋਤੀ ਬੰਨਣੀ ਵਿਹਤ ਨਹੀਂ ਹੈ ਖਾਲਸੇ ਵਿੱਚ। ਹਾਲਾਂਕਿ ਬਹੁਤ ਸਾਰੇ ਪੁਰਾਣੇ ਬਜ਼ੁਰਗ ਜਿਹੜੇ ਨੇ ਕਈ ਇਲਾਕਿਆਂ ਵਿੱਚ ਬੰਨ ਵੀ ਲੈਂਦੇ ਆ, ਪੰਜਾਬ ਦਾ ਇਹ ਪਹਿਰਾਵਾ ਵੀ ਹੈ ਕਈ ਇਲਾਕਿਆਂ ਦਾ, ਪਰ ਅੰਮ੍ਰਿਤਧਾਰੀ ਸਿੰਘ ਵਾਸਤੇ ਜਿਹੜਾ ਰਹਿਣੀ ਬਹਿਣੀ 'ਚ ਪਰਪੱਕ ਹੈ ਉਹਦੇ ਵਾਸਤੇ ਵਿਹਤ ਨਹੀਂ ਹੈ। ਕਹਿਣ ਲੱਗੇ ਮਹਾਰਾਜ ਭਾਈ ਮਾਨ ਸਿੰਘ ਜੀ, ਮਹਾਰਾਜ ਤੁਹਾਨੂੰ ਤਨਖਾਹ ਲੱਗਣੀ ਆ ਵੀ ਚੋਲੇ ਦੇ ਉੱਤੋਂ ਦੀ ਚਾਦਰਾ ਬੰਨਿਆ ਆਪ ਜੀ ਨੇ, ਥੱਲੇ ਸਤਿਗੁਰਾਂ ਨੇ ਚੋਲਾ ਧਾਰਨ ਕੀਤਾ ਸੀ ਤੇ ਇਹ ਤਨਖਾਹ ਲੱਗਣ ਦੇ ਉਚਿਤ ਕ੍ਰਿਤ ਆਪ ਜੀ ਨੇ ਕੀਤੀ ਹੈ। ਮੁਸਕਾਵਤ ਮੁਖ ਸ਼੍ਰੀ ਪ੍ਰਭ ਭਨੈ, ਸਤਿਗੁਰੂ ਜੀ ਮੁਸਕਰਾ ਪਏ ਤੇ ਮੁਸਕਰਾ ਕੇ ਕਲਗੀਧਰ ਪਾਤਸ਼ਾਹ ਜੀ ਬੋਲੇ, ਨਿਤ ਹੈ ਸੁਚੇਤ ਖਾਲਸਾ ਬਨੈ। ਮਹਾਰਾਜ ਜੀ ਕਹਿੰਦੇ ਮੇਰਾ ਖਾਲਸਾ ਨਿਤ ਸੁਚੇਤ ਬਣ ਰਿਹਾ ਹੈ। ਬਚਪਨ ਵਿੱਚ ਸੀ ਮੇਰਾ ਖਾਲਸਾ, ਹੁਣ ਜਵਾਨ ਹੋ ਰਿਹਾ। ਮੇਰੇ ਖਾਲਸੇ ਨੂੰ ਪਤਾ ਹੈ ਕਿਹੜੀ ਮਰਿਆਦਾ ਰਹਿਣੀ ਬਹਿਣੀ ਕੀ ਹੁੰਦੀ ਹੈ। ਮਹਾਰਾਜ ਜੀ ਕਹਿੰਦੇ ਮੇਰਾ ਖਾਲਸਾ ਨਿਤ ਸੁਚੇਤ ਹੋ ਰਿਹਾ ਹੈ। ਪੁੰਨ ਗੁਰ ਕਹਿਓ ਦੇਸ਼ ਤਸ ਭੇਸ, ਮਹਾਰਾਜ ਜੀ ਕਹਿੰਦੇ ਮਾਨ ਸਿੰਘ ਜਿਹੋ ਜਿਹਾ ਦੇਸ਼ ਉਹੋ ਜਿਹਾ ਭੇਸ। ਇਸ ਦੇਸ਼ ਦੇ ਵੇਖੋ ਆ ਜਿਹੜੇ ਹਰੀਕੇ ਵਾਲੇ ਆਏ ਨੇ, ਚਾਦਰੇ ਇਹਨਾਂ ਨੇ ਵੀ ਲਾਏ ਹੋਏ ਨੇ ਤੇ ਅਸੀਂ ਵੀ ਉਦਾਂ ਦਾ ਭੇਸ ਇਹਨਾਂ ਨੇ ਜਿਵੇਂ ਲਿਆ ਕੇ ਭੇਟ ਕੀਤਾ ਧਾਰਨ ਕਰ ਲਿਆ। ਲੂੰਗੀ ਤੇੜ ਸੋ ਮੋਢੇ ਖੇਸ, ਤੇੜ ਲੂੰਗੀ ਆ ਤੇ ਮੋਢਿਆਂ ਤੇ ਖੇਸ ਹੈ, ਤੇ ਜਿਹੜੀ ਤਨਖਾਹ ਤੁਸੀਂ ਲਾਓਗੇ ਉਹ ਵੀ ਸਾਨੂੰ ਪ੍ਰਵਾਨ ਹੈ। ਮਹਾਰਾਜ ਜੀ ਕਹਿੰਦੇ ਉਹ ਵੀ ਸਾਨੂੰ ਪ੍ਰਵਾਨ ਹੈ। ਇਸ ਤਰ੍ਹਾਂ ਕਲਗੀਧਰ ਜੀ ਨੇ ਬਚਨ ਕਹੇ, ਹਾਸ ਰਸ ਵਿੱਚ ਹੀ ਇਹ ਬਚਨ ਹੋਏ ਨੇ। ਜਿਵੇਂ ਬਿਲਾਸ ਕਰਦੇ ਨੇ ਸਤਿਗੁਰੂ ਆਪਣੇ ਸਿੰਘਾਂ ਨਾਲ, ਏਦਾਂ ਭਾਈ ਮਾਨ ਸਿੰਘ ਹੋਣੀ ਹਾਸ ਰਸ ਜੀ ਕਿਹਾ, ਮਹਾਰਾਜ ਤਨਖਾਹ ਲੱਗਣੀ ਹੈ ਤੁਹਾਨੂੰ। ਸਤਿਗੁਰੂ ਕਹਿੰਦੇ ਮੇਰਾ ਖਾਲਸਾ ਸੁਚੇਤ ਹੈ। ਸਾਵਧਾਨ ਹੈ, ਅਸੀਂ ਵੇਖਦੇ ਸੀ ਵੀ ਸੁਚੇਤ ਹੈ ਕਿ ਨਹੀਂ, ਤੇ ਫਿਰ ਹੱਸਦਿਆਂ ਕਹਿੰਦੇ ਜਿਹੋ ਜਿਹਾ ਦੇਸ਼ ਉਹੋ ਜਿਹਾ ਭੇਸ। ਮਾਨ ਸਿੰਘ ਕਈ ਵਾਰ ਇਹ ਵੀ ਨੀਤੀ ਵਰਤਣੀ ਪੈਂਦੀ ਹੈ, ਕਈ ਵਾਰ ਇਹ ਨੀਤੀ ਵੀ ਪਾਲਣੀ ਪੈਂਦੀ ਹੈ। ਜਿਸ ਦੇਸ਼ ਵਿੱਚ ਜਾਈਏ ਪੁਸ਼ਾਕ ਉਦਾਂ ਦੀ ਧਾਰਨ ਕਰਕੇ, ਇਹ ਨਹੀਂ ਕਿ ਕੇਸ ਕਤਲ ਕਰਾ ਦੇਣੇ ਆ। ਕਈਆਂ ਦਾ ਬਹਾਨਾ ਹੁੰਦਾ ਜੀ ਸਾਡਾ ਮੁੰਡਾ ਬਾਹਰ ਗਿਆ ਸੀ ਜੀ, ਉੱਥੇ ਉਹਨੇ ਕੇਸ ਕਟਾਏ, ਉਹ ਬਹਾਨਾ ਹੀ ਹੁੰਦਾ। ਬਾਹਰ ਗਏ ਬਹੁਤ ਅੰਮ੍ਰਿਤਧਾਰੀ ਸਿੰਘ, ਇੱਥੋਂ ਕੇਸ ਕਟਾ ਕੇ ਗਏ, ਉੱਥੇ ਅੰਮ੍ਰਿਤਧਾਰੀ ਹੋ ਗਏ। ਐਸਾ ਨਹੀਂ ਕਿ ਜਿਹੋ ਜਿਹਾ ਦੇਸ਼ ਉਹੋ ਜਿਹਾ ਭੇਸ। ਇੱਥੇ ਮਤਲਬ ਇਹ ਹੈ ਕਿ
ਕਦੇ ਕਿਤੇ ਐਸਾ ਬਣ ਜਾਵੇ ਸਬੱਬ, ਵੇਖੇ ਕਿ ਹੁਣ ਕਿਸੇ ਪਹਿਰੇ ਦੇ ਵਿੱਚੋਂ ਦੀ ਨਿਕਲਣਾ ਹੈ, ਤੇ ਉੱਥੇ ਫਿਰ ਉਸ ਤਰ੍ਹਾਂ ਦਾ ਭੇਸ ਬਣਾ ਕੇ ਉੱਥੋਂ ਨਿਕਲਿਆ ਜਾ ਸਕਦਾ ਜੁਗਤ ਮੁਕਤ ਦੇ ਨਾਲ। ਤੋ ਸਤਿਗੁਰੂ ਕਹਿੰਦੇ ਜਿਹੋ ਜਿਹਾ ਦੇਸ ਤੈਸਾ ਭੇਸ, ਲੂੰਗੀ ਤੇੜ ਸੋ ਮੋਢੇ ਖੇਸ। ਏਦਾਂ ਮਹਾਰਾਜ ਜੀ ਨੇ ਅਖਾਣ ਆਪਣੇ ਮੁਖੋਂ ਉਚਾਰਨ ਕੀਤੇ, ਉਹ ਵੀ ਹਾਸ ਰਸ ਵਿੱਚ। ਹੇਰ ਹਰੀ ਕੇ ਰਾਹਕ ਦਿਸ਼ ਕੋ, ਜਿਹੜੇ ਉਹ ਹਰੀ ਕੇ ਪਿੰਡ ਦੇ ਜ਼ਿਮੀਂਦਾਰ ਆਏ ਸਨ ਸਤਿਗੁਰਾਂ ਦੇ ਵੱਲ ਭੇਟਾ ਲੈ ਕੇ, ਉਹਨਾਂ ਵੱਲ ਕਲਗੀਧਰ ਜੀ ਨੇ ਵੇਖਿਆ। ਕੀਨ ਉਚਾਰਨ ਆਇਸ ਅਸ ਕੋ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਇਹਨਾਂ ਨੂੰ ਆਗਿਆ ਕੀਤੀ। ਹਰੀ ਕੇ ਨਗਰ ਤੋਂ ਜਿਹੜੇ ਜ਼ਿਮੀਂਦਾਰ ਆਏ ਸਨ, ਗੁਰਦੇਵ ਨੇ ਹੁਕਮ ਕੀਤਾ, ਇਹਨਾਂ ਨੂੰ ਕਹਿਣ ਲੱਗੇ ਨਿਸ ਮਹਿ ਚੌ ਦਿਸ਼ ਰਹੋ ਹਮਾਰੇ। ਮਹਾਰਾਜ ਜੀ ਕਹਿੰਦੇ ਬਈ ਹਰੀ ਕੇ ਵਾਲਿਓ ਸੁਣੋ, ਅੱਜ ਰਾਤ ਨੂੰ ਅਸੀਂ ਇੱਥੇ ਡੇਰਾ ਕਰਨਾ, ਪੜਾ ਕਰਨਾ, ਤੇ ਇਦਾਂ ਕਰਿਓ ਰਾਤ ਨੂੰ ਪਹਿਰੇ ਦੀ ਡਿਊਟੀ ਤੁਸੀਂ ਦੇਣੀ ਹੈ। ਸਾਡੇ ਡੇਰੇ ਦੀ ਜਿਹੜੀ ਪਹਿਰੇ ਦੀ ਡਿਊਟੀ ਹੈ, ਪਹਿਰੇਦਾਰ ਦੀ, ਉਹ ਤੁਸੀਂ ਦੇਣੀ ਹੈ। ਜਾਗਰਤ ਵਿੱਚ ਰਹੋ ਹੋਤ ਸਕਾਰੇ, ਔਰ ਸਵੇਰ ਤੱਕ, ਕੱਲ ਸਵੇਰ ਤੱਕ ਜਾਗਦੇ ਰਹਿਣਾ, ਚਾਰੇ ਪਾਸੇ ਪਹਿਰਾ ਦੇ ਕੇ। ਸਾਵਧਾਨ ਬਨ ਸ਼ਸਤਰਨ ਧਾਰੀ, ਔਰ ਸਾਵਧਾਨ ਹੋ ਕੇ ਸ਼ਸਤਰ ਧਾਰੀ ਹੋ ਕੇ ਤਿਆਰ ਬਰ ਤਿਆਰ ਹੋ ਕੇ ਪਹਿਰਾ ਦੇਣਾ। ਪਹਿਰਾ ਦੀਜੈ ਜਾਮਨ ਸਾਰੀ, ਸਾਰੀ ਰਾਤ ਪਹਿਰੇ ਤੇ ਰਹਿਣਾ, ਪਹਿਰੇ ਦੇ ਵਿੱਚ ਵਿਚਰਨਾ। ਮਤ ਹਰੀ ਕੇ ਸੁਨਤ ਬਖਾਨੈ, ਸੁਣ ਕੇ ਹਰੀ ਕੇ ਵਾਲੇ ਅੱਗੋਂ ਬੋਲੇ, ਉਹ ਸਤਿਗੁਰੂ ਜੀ ਨੂੰ ਕਹਿਣ ਲੱਗੇ ਇਹਾਂ ਨਾ ਹਮ ਕਿਸ ਤੇ ਡਰ ਮਾਨੈ। ਕਹਿਣ ਲੱਗੇ ਗੁਰੂ ਜੀ ਬੇਫਿਕਰ ਹੋ ਜਾਓ, ਅਸੀਂ ਨਹੀਂ ਇੱਥੇ ਕਿਸੇ ਕੋਲੋਂ ਡਰਦੇ, ਸਾਨੂੰ ਨਹੀਂ ਹੈ ਕਿਸੇ ਦਾ ਡਰ। ਉਹ ਜਿਹੜੇ ਪਿੱਛੇ 9 ਥੇ ਵਾਲੇ ਸਨ ਉਹਨਾਂ ਨੂੰ ਡਰ ਹੋਵੇਗਾ, ਅਸੀਂ ਨਹੀਂ ਮਹਾਰਾਜ ਕਿਸੇ ਤੋਂ ਡਰਦੇ, ਨਾ ਕਿਸੇ ਔਰੰਗਜ਼ੇਬ ਤੋਂ, ਨਾ ਉਹਦੀਆਂ ਫੌਜਾਂ ਤੋਂ। ਤੁਮ ਭੀ ਨਹਿ ਕੀ ਜੋ ਚਿਤ ਸ਼ੰਕਾ, ਤੇ ਗੁਰੂ ਜੀ ਤੁਸੀਂ ਵੀ ਆਪਣੇ ਮਨ 'ਚ ਕੋਈ ਸ਼ੰਕਾ ਨਾ ਕਰੋ। ਸਤਿਗੁਰੂ ਜੀ ਤੇ ਇਹਨਾਂ ਨੂੰ ਪਰਖ ਰਹੇ, ਨਾਲੇ ਕੋਈ ਬਖਸ਼ਿਸ਼ ਕਰਨੀ ਸੀ ਇਹਨਾਂ ਤੇ। ਪਰ ਇਹ ਕਹਿੰਦੇ ਜੀ ਅਸੀਂ ਨਹੀਂ ਡਰਦੇ ਜੀ ਕਿਸੇ ਤੋਂ, ਇੱਥੇ ਤੁਸੀਂ ਵੀ ਸ਼ੰਕਾ ਨਾ ਕਰੋ, ਬੇਫਿਕਰ ਹੋ ਜਾਓ। ਸੁਪਤ ਹੋ ਨਿਸਮੈ ਹੀਨ ਆਤੰਕਾ, ਔਰ ਬਿਨਾਂ ਡਰ ਤੋਂ ਰਾਤ ਨੂੰ ਆਪ ਜੀ ਇੱਥੇ ਸੁਖ ਮਾਣੋ, ਆਪ ਜੀ ਆਨੰਦ ਦੇ ਨਾਲ ਸੌਵੋ, ਕੋਈ ਆ ਕੇ ਆਪ ਜੀ ਦੀ ਵਾਹ ਵੱਲ ਨਹੀਂ ਵੇਖੇਗਾ। ਪੁਨ ਗੁਰ ਬੋਲੇ ਕਾਰ ਜ਼ਰੂਰ, ਸੁਣ ਕੇ ਸਤਿਗੁਰੂ ਜੀ ਫੇਰ ਅੱਗੋਂ ਬੋਲੇ ਹਰੀਕੇ ਵਾਲਿਆਂ ਨੂੰ, ਕਹਿੰਦੇ ਭਾਈ ਪਰ ਆ ਪਹਿਰੇਦਾਰੀ ਵਾਲਾ ਕੰਮ ਜ਼ਰੂਰ ਕਰੋ। ਭਾਵੇਂ ਡਰ ਨਹੀਂ ਹੈ, ਪਰ ਸਿੰਘ ਸੁਚੇਤ ਰਹਿੰਦੇ ਹੁੰਦੇ ਆ, ਸਾਵਧਾਨ ਰਹਿੰਦੇ ਹੁੰਦੇ ਆ, ਇਸ ਕਰਕੇ ਤੁਸੀਂ ਪਹਿਰਾ ਜ਼ਰੂਰ ਦੇਣਾ। ਪਹਿਰਾ ਦੇਬੋ ਬਨ ਹੈ ਹਜ਼ੂਰ, ਤੁਹਾਨੂੰ ਸਾਡੇ ਹਜ਼ੂਰ ਪਹਿਰਾ ਦੇਣਾ ਬਣਦਾ, ਤੁਸੀਂ ਪਹਿਰੇ ਜ਼ਰੂਰ ਦੇਣੇ ਹਨ। ਮੂਡਨ ਬਹਰ ਨ ਮਾਨਿਓ ਬੈਨ, ਪਰ ਹਰੀਕੇ ਵਾਲੇ ਮੂਰਖ ਮਤ ਵਾਲਿਆਂ ਨੇ ਸਤਿਗੁਰਾਂ ਦੇ ਬਚਨ ਫਿਰ ਮੋੜ ਦਿੱਤੇ, ਮਹਾਰਾਜ ਜੀ ਦਾ ਬਚਨ ਫਿਰ ਨਹੀਂ ਮੰਨਿਆ। ਹਮਰੇ ਗ੍ਰਾਮ ਤਰਾਸ ਕਿਸ ਹੈ ਨਾ, ਕਹਿੰਦੇ ਜੀ ਇਹ ਸਾਡੇ ਪਿੰਡ ਨੇ, ਇੱਥੇ ਨਹੀਂ ਡਰ ਕਿਸੇ ਦਾ, ਤੁਸੀਂ ਬੇਫਿਕਰ ਹੋ ਕੇ ਸੌਵੋ। ਸਤਿਗੁਰੂ ਜੀ ਕਹਿੰਦੇ ਵੀ ਪਹਿਰਾ ਦਿਓ ਤੁਸੀਂ, ਇਹ ਕਹਿੰਦੇ ਜੀ ਲੋੜ ਹੀ ਨਹੀਂ ਪਹਿਰੇ ਦੀ, ਇਹ ਸਾਡੇ ਪਿੰਡ ਨੇ, ਇੱਥੇ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ। ਸੁਪਤ ਜਥਾ ਸੁਖ ਰਾਤ ਬਿਤਾਵਹੁ, ਤੁਸੀਂ ਸੁਖ ਦੇ ਨਾਲ ਸੌਂ ਕੇ ਰਾਤ ਬਤੀਤ ਕਰੋ। ਨਾਹਿਨ ਕੋ ਸ਼ੰਕਾ ਮਨ ਲਿਆਵਹੁ, ਕਿਸੇ ਪ੍ਰਕਾਰ ਦਾ ਕੋਈ ਸ਼ੰਕਾ ਤੁਸੀਂ ਆਪਣੇ ਮਨ ਵਿੱਚ ਨਾ ਲਿਆਵੋ। ਸੁਨ ਸਤਿਗੁਰ ਤਿਨ ਬਾਤ ਬੁਝਾਈ, ਤੀਜੀ ਵਾਰ ਫਿਰ ਸਤਿਗੁਰੂ ਜੀ ਬੋਲੇ, ਇਹਨਾਂ ਨੂੰ ਕਹਿਣ ਲੱਗੇ ਹਮਰੇ ਸੰਗ ਸਿੰਘ ਸਮੁਦਾਈ। ਮਹਾਰਾਜ ਜੀ ਕਹਿਣ ਲੱਗੇ ਭਾਈ ਸਾਡੇ ਨਾਲ ਜਿਹੜੀਆਂ ਫੌਜਾਂ ਨੇ ਉਹ ਪਿੱਛੋਂ ਥੱਕੀਆਂ ਆਈਆਂ ਹਨ, ਜੇ ਚਾਕਰ ਬੈਰਾੜ ਕਨੇਰੇ, ਤੇ ਜਿਹੜੇ ਆ ਸਾਡੇ ਕੋਲ ਚਾਕਰ ਨੇ, ਬੈਰਾੜ ਹਨ, ਇਹ ਪਿੱਛੋਂ ਥੱਕੇ ਟੁੱਟੇ ਆਏ ਨੇ, ਇਹ ਮਸਤਾਨੀਆਂ ਦੀਵਾਨੀਆਂ ਫੌਜਾਂ ਹਨ। ਰਾਠ ਧਾਵੜੀ ਸਮ ਹਮ ਹੇਰੇ, ਤੇ ਰਾਤ ਨੂੰ ਇਹਨਾਂ ਕੋਲੋਂ ਜਾਗ ਨਹੀਂ ਹੋਣਾ, ਰਾਤ ਨੂੰ ਇਹ ਜਾਗ ਨਹੀਂ ਸਕਣਗੇ। ਨਹੀਂ ਨਿਸਾ ਮੈਂ ਜਾਗਰਨ ਠਾਨਾ, ਰਾਤ ਨੂੰ ਇਹਨਾਂ ਕੋਲੋਂ ਜਾਗਣਾ ਔਖਾ ਹੋਵੇਗਾ, ਪਿੱਛੋਂ ਆਏ ਨੇ ਥੱਕੇ ਟੁੱਟੇ ਮਸਤਾਨੇ ਦੀਵਾਨੇ ਫੌਜਾਂ ਨੇ। ਬਹੁਤੇ ਤਾਂ ਇਹਨਾਂ ਚੋਂ ਤਨਖਾਹਾਂ ਵਾਲੇ ਹੀ ਨੇ, ਤੇ ਜਿਹੜੇ ਕੇਵਲ ਤਨਖਾਹ ਖਾਤਰ ਹੀ ਲੱਗੇ ਹੋਏ ਨੇ, ਉਦਾਂ ਉਹਨਾਂ ਨੇ ਪਹਿਰੇਦਾਰੀ ਨਹੀਂ ਕਰਨੀ ਕੋਈ ਭਾਵਨਾ ਨਾਲ। ਤੁਸੀਂ ਹਰੀਕੇ ਪਿੰਡ ਵਾਲਿਓ, ਨਾਲੇ ਤੁਸੀਂ ਆਪਣੇ ਨਗਰ ਦੇ ਨੇੜੇ ਹੋ,
ਇਹ ਜਿਹੜੀਆਂ ਫੌਜਾਂ ਸਾਡੇ ਨਾਲ ਨੇ ਆਰਾਮ ਕਰ ਲੈਣਗੀਆਂ, ਤੁਸੀਂ ਪਹਿਰਾ ਦੇ ਲਿਓ। ਪ੍ਰੇਮ ਨ ਮਨ ਮੈਂ ਭੈਣ ਹੈ ਮਨ, ਤੇ ਇਹਨਾਂ ਦੇ ਮਨ 'ਚ ਕੋਈ ਪ੍ਰੇਮ ਨਹੀਂ ਹੈ, ਇਹ ਕੇਵਲ ਤਨਖਾਹ ਖਾਤਰ ਸਾਡੇ ਨਾਲ ਹਨ। ਆਪਣੀ ਇੱਛਾ ਕਾਰਜ ਠਾਨ, ਇਹ ਆਪਣੀ ਇੱਛਾ ਦੇ ਨਾਲ ਕੰਮ ਕਰਦੇ ਹਨ। ਇਸ ਕਰਕੇ ਅਸੀਂ ਤੁਹਾਨੂੰ ਕਹਿੰਦੇ ਆ ਵੀ ਤੁਸੀਂ ਅੱਜ ਪਹਿਰਾ ਦਿਓ। ਸੁਨਤ ਹਰੀ ਕੇ ਗੁਰ ਕੀ ਬਾਤ, ਜਦੋਂ ਹਰੀ ਕੇ ਪਿੰਡ ਵਾਲਿਆਂ ਨੇ ਸਤਿਗੁਰਾਂ ਦੇ ਤੀਜੀ ਵਾਰ ਇਹ ਬਚਨ ਸੁਣੇ, ਮਾਨੀ ਪਹਿਰਾ ਦੇ ਹਮ ਰਾਤ। ਇਹਨਾਂ ਨੇ ਗੱਲ ਮੰਨ ਲਈ, ਕਹਿੰਦੇ ਠੀਕ ਹੈ ਮਹਾਰਾਜ, ਅਸੀਂ ਰਾਤ ਨੂੰ ਪਹਿਰਾ ਦੇਵਾਂਗੇ। ਪਹਿਲਾਂ 2 ਵਾਰੀ ਬਚਨ ਮੋੜ ਦਿੱਤਾ, ਫਿਰ ਸਤਿਗੁਰਾਂ ਆਖਿਆ ਭਾਈ ਸਾਡੇ ਨਾਲ ਫੌਜਾਂ ਮਸਤਾਨੀਆਂ ਦਵਾਨੀਆਂ ਪਿੱਛੋਂ ਥੱਕੇ ਆਏ ਨੇ ਜੰਗ ਯੁੱਧ ਕਰਕੇ, ਤੇ ਇਹਨਾਂ ਨੇ ਆਰਾਮ ਕਰਨਾ। ਬਹੁਤ ਇਹਨਾਂ ਵਿੱਚੋਂ ਤਨਖਾਹ ਵਾਲੇ ਹੀ ਨੇ, ਪ੍ਰੇਮ ਵਾਲੇ ਘੱਟ ਨੇ, ਤਨਖਾਹ ਵਾਲੇ ਜ਼ਿਆਦਾ ਨੇ, ਤੇ ਇਹਨਾਂ ਦੇ ਮਨ 'ਚ ਕੋਈ ਭਾਵਨਾ ਨਹੀਂ ਹੈ, ਤੁਸੀਂ ਅੱਜ ਪਹਿਰਾ ਦਿਓ। ਇਹ ਕਹਿੰਦੇ ਚਲੋ ਠੀਕ ਹੈ ਮਹਾਰਾਜ, ਅਸੀਂ ਪਹਿਰਾ ਦੇਾਂਗੇ। ਏਦਾਂ ਇਹਨਾਂ ਨੇ ਬਚਨ ਮੰਨ ਲਿਆ। ਮਸਤਕ ਟੇਕ ਗਏ ਨਿਜ ਡੇਰੇ, ਤੇ ਮੱਥਾ ਟੇਕ ਕੇ ਨੇੜੇ ਇਹਨਾਂ ਦਾ ਡੇਰਾ ਸੀ, ਹਰੀਕੇ ਵਾਲੇ ਉਤਰੇ ਹੋਏ ਸਨ ਨੇੜੇ, ਉਹ ਉੱਥੇ ਚਲੇ ਗਏ। ਡੋਗਰ ਦਾਸ ਹੁਤੇ ਤਿਨ ਕੇਰੇ, ਇਹਨਾਂ ਨੇ ਆਪ ਪਹਿਰੇ ਤੇ ਆਉਣ ਦੀ ਬਜਾਏ ਜਦੋਂ ਰਾਤ ਪਈ ਨਾ, ਇਹਨਾਂ ਦੇ ਅੱਗੇ ਨੌਕਰ ਸਨ। ਇੱਕ ਡੋਗਰ ਬਰਾਦਰੀ ਹੁੰਦੀ ਹੈ, ਉਹ ਡੋਗਰੇ ਬਰਾਦਰੀ ਦੇ ਜਿਹੜੇ ਲੋਕ ਸਨ ਉਹਨਾਂ ਨੂੰ ਇਹਨਾਂ ਨੇ, ਉਹ ਇਹਨਾਂ ਦੇ ਨੌਕਰ ਸਨ ਹਰੀਕੇ ਵਾਲਿਆਂ ਦੇ, ਆਪਣੇ ਨੌਕਰਾਂ ਨੂੰ ਭੇਜ ਦਿੱਤਾ ਵੀ ਤੁਸੀਂ ਜਾ ਕੇ ਪਹਿਰਾ ਦਿਓ ਗੁਰੂ ਜੀ ਦੇ ਡੇਰੇ ਦਾ। ਉਹ ਆਪਣੇ ਜਿਹੜੇ ਡੋਗਰੇ ਦਾਸ ਸਨ ਇਹਨਾਂ ਦੇ ਨੌਕਰ, ਉਹਨਾਂ ਨੂੰ ਪਹਿਰੇ ਤੇ ਭੇਜ ਦਿੱਤਾ। ਤਿਨ ਕੇ ਸਾਥ ਸੁਗਿਰਾ ਉਚਾਰੀ, ਇਹਨਾਂ ਨੂੰ ਕਿਹਾ ਕਿ ਤੁਸੀਂ ਜਾ ਕੇ ਉੱਥੇ ਪਹਿਰਾ ਦਿਓ। ਇਹ ਡੋਗਰੇ ਇੱਕ ਜਾਤੀ ਹੈ, ਇਹਨਾਂ ਡੋਗਰਿਆਂ ਵਿੱਚੋਂ ਹੀ ਅੱਗੇ ਉਹ ਡੋਗਰੇ ਹੋਏ। ਉਹ ਵੀ ਡੋਗਰੇ ਸਨ ਜਿਹੜੇ ਆ ਕਸ਼ਮੀਰ ਦੇ ਇਲਾਕੇ ਦੇ ਰਹਿਣ ਵਾਲੇ ਸੀ ਨਾ ਡੋਗਰੇ। ਧਿਆਨ ਸਿੰਘ ਡੋਗਰਾ, ਜਿਹਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਤਮ ਕਰਨ ਵਿੱਚ ਆਪਣੀ ਵਾਹ ਲਾਈ, ਹੀਰਾ ਸਿੰਘ, ਇਹ ਸਾਰੇ ਡੋਗਰਿਆਂ ਨੇ ਰਾਜ ਖਤਮ ਕੀਤਾ ਖਾਲਸੇ ਦਾ। ਪਰ ਇਹ ਡੋਗਰੇ ਜਿਹੜੇ ਨੇ ਇਸ ਇਲਾਕੇ ਦੇ, ਇਹ ਹਰੀਕੇ ਵਾਲਿਆਂ ਦੇ ਨੌਕਰ ਸਨ। ਇਹਨਾਂ ਤੇ ਗੁਰੂ ਸਾਹਿਬ ਦੀ ਕਿਰਪਾ ਵੀ ਹੋਈ ਹੈ। ਅੱਗੇ ਕਥਾ ਆ ਰਹੀ ਹੈ, ਸਤਲੁਜ ਦਰਿਆ ਦੇ ਕੰਢੇ ਕੰਢੇ ਆ ਇਧਰ ਫਿਰੋਜ਼ਪੁਰ ਤੱਕ ਦੇ ਇਲਾਕੇ ਦੇ ਵਿੱਚ ਇਹਨਾਂ ਦੀ ਗਿਣਤੀ ਹੁਣ ਵੀ ਵਸਦੀ, ਗੁਰੂ ਸਾਹਿਬ ਦੀ ਕਿਰਪਾ ਨਾਲੇ ਵਸ ਰਹੇ ਨੇ। ਇਹਨਾਂ ਨੂੰ ਸਤਿਗੁਰਾਂ ਸਿੱਖੀ ਦਾ ਦਾਨ ਦਿੱਤਾ। ਕਿਵੇਂ ਮਿਲ ਰਿਹਾ ਉਹਦੀ ਕਥਾ ਆ ਰਹੀ ਹੈ। ਇਹ ਜਿਹੜੇ ਹਰੀਕੇ ਰਾਖ ਸਨ, ਇਹਨਾਂ ਦੇ ਨੌਕਰ ਸੀ ਅੱਗੇ ਡੋਗਰੇ ਦਾਸ ਸਨ, ਜਿਵੇਂ ਸਿਰੀ ਰੱਖੇ ਹੁੰਦੇ, ਕਾਮੇ ਰੱਖੇ ਹੁੰਦੇ ਆਪਣੇ, ਉਹ ਕਾਮੇ ਸਨ ਇਹਨਾਂ ਦੇ। ਇਹਨਾਂ ਨੇ ਆਪਣੇ ਇਹਨਾਂ ਨੌਕਰਾਂ ਨੂੰ ਹੁਕਮ ਕੀਤਾ, ਗੁਰ ਟਿਕ ਪਹੁੰਚੋ ਨਿਜ ਨਿਜ ਵਾਰੀ, ਕਿ ਤੁਸੀਂ ਆਪੋ ਆਪਣੀ ਵਾਰੀ ਦੇ ਨਾਲ ਜਾ ਕੇ ਗੁਰੂ ਜੀ ਦੇ ਕੋਲ ਪਹਿਰਾ ਦਿਓ। ਪਹਿਰਾ ਦੀਜੈ ਜਾਗਰਤ ਰਹੀ ਹੈ, ਔਰ ਰਾਤ ਨੂੰ ਜਾਗਦਿਆਂ ਹੋਇਆ ਗੁਰੂ ਸਾਹਿਬ ਦੇ ਡੇਰੇ ਦਾ ਪਹਿਰਾ ਦੇਣਾ। ਸਗਰੀ ਨਿਸਮਹਿ ਨਿੰਦਰਾ ਲਹੀ ਹੈ, ਔਰ ਸਾਰੀ ਰਾਤ ਤੁਸੀਂ ਨੀਂਦ ਨਹੀਂ ਲੈਣੀ, ਸਾਰੀ ਰਾਤ ਜਾਗਦੇ ਰਹਿਣਾ ਤਿਆਰ ਬਰ ਤਿਆਰ ਹੋ ਕੇ। ਸਤਿਗੁਰ ਕਰਕੇ ਖਾਨ ਰੋਪਾਨ, ਏਦਾਂ ਇਹਨਾਂ ਆਪਣੇ ਨੌਕਰ ਭੇਜ ਦਿੱਤੇ। ਆਪ ਨਹੀਂ ਆਏ, ਅੱਗੇ ਆਪਣੇ ਨੌਕਰ ਭੇਜ ਦਿੱਤੇ। ਸਤਿਗੁਰਾਂ ਨੇ ਤਾਂ ਇਹਨਾਂ ਤੇ ਬਖਸ਼ਿਸ਼ ਕਰਨੀ ਸੀ, ਹਰੀਕੇ ਵਾਲੇ ਵੀ ਜੇ ਰਾਤ ਨੂੰ ਪਹਿਰਾ ਦੇਣਗੇ ਤੇ ਇਹਨਾਂ ਤੇ ਬਖਸ਼ਿਸ਼ਾਂ ਕਰਾਂਗੇ। ਪਰ ਉਹ ਵਿਚਾਰੇ ਕਿਆ ਕਰਾਂ, ਜਾਂ ਭਾਗ ਧੁਰ ਮੰਦੇ। ਜਦੋਂ ਭਾਗ ਹੀ ਮਾੜੇ ਹੋਣ ਤਾਂ ਫਿਰ ਕੀ ਹੋ ਸਕਦਾ। ਭਾਗਾਂ ਤੋਂ ਬਿਨਾਂ ਨਹੀਂ ਨਾ ਕੁਝ ਲੱਭਦਾ। ਭਾਗ ਇਹਨਾਂ ਡੋਗਰਿਆਂ ਦੇ ਜਾਗਣੇ ਸਨ। ਤੋ ਇਧਰ ਕਲਗੀਧਰ ਪਾਤਸ਼ਾਹ ਨੇ ਰਾਤ ਦਾ ਸਮਾਂ ਹੋਇਆ ਤੇ ਲੰਗਰ ਪ੍ਰਸ਼ਾਦਾ ਛਕਿਆ। ਸਗਲ ਸਿੰਘ ਸੁਪਤੇ ਸੁਖ ਠਾਨ, ਲੰਗਰ ਪ੍ਰਸ਼ਾਦਾ ਸਾਰੇ ਸਿੰਘਾਂ ਨੇ ਵੀ ਛਕਿਆ ਤੇ ਛਕ ਕੇ ਸਾਰੇ ਜਿੱਥੇ ਜਿੱਥੇ ਆਸਣ ਸਨ ਸਾਰੇ ਸੌਂ ਗਏ ਆਪੋ ਆਪਣੇ ਆਸਣਾਂ ਤੇ। ਕਲਗੀਧਰ ਜੀ ਵੀ ਬਰਾਜ ਗਏ। ਡੋਗਰ ਆਏ ਗੁਰੂ ਟਿਕ ਠਹਿਰੇ, ਇਹ ਜਿਹੜੇ ਡੋਗਰੇ ਦਾਸ ਸਨ ਹਰੀਕੇ ਵਾਲਿਆਂ ਦੇ, ਇਹ ਆ ਕੇ ਸਤਿਗੁਰਾਂ ਦਾ ਜਿੱਥੇ ਤੰਬੂ ਲੱਗਾ ਸੀ ਉਹਦੇ ਆਲੇ ਦੁਆਲੇ ਸੁਚੇਤ ਹੋ ਕੇ ਪਹਿਰਾ ਦੇਣ ਲੱਗੇ। ਚਾਹੋਂ ਦਿਸ਼ ਖਰੇ ਭਏ ਹਿਤ ਪਹਿਰੇ, ਚਾਰੇ ਪਾਸੇ ਪਹਿਰਾ ਦੇਣ ਵਾਸਤੇ ਤਿਆਰ ਬਰ ਤਿਆਰ ਹੋ ਕੇ ਖਲੋ ਗਏ। ਪਹਿਰ ਜਾਮਨੀ ਬੀਤੀ ਜਬੈ, ਜਦੋਂ ਇੱਕ ਪਹਿਰ ਰਾਤ ਬੀਤ ਗਈ, ਯਾਨੀ ਕਿ 10-11 ਵਜੇ ਦਾ ਸਮਾਂ ਹੋਇਆ, ਸ਼੍ਰੀ ਮੁਖ ਤੇ ਉੱਚੇ ਕਹਿਤਬੈ, ਤੇ ਅੰਦਰੋਂ ਤੰਬੂ ਚੋਂ ਕਲਗੀਧਰ ਜੀ ਆਵਾਜ਼ ਮਾਰੀ ਦਸਵੇਂ ਪਾਤਸ਼ਾਹ ਨੇ। ਉੱਚੀ ਆਵਾਜ਼ ਵਿੱਚ ਸਤਿਗੁਰੂ ਜੀ ਬੋਲੇ, ਖਰੋ ਹਰੀ ਕਾ ਜਾਗਰਤ ਕੋਈ। ਮਹਾਰਾਜ ਜੀ ਕਹਿੰਦੇ ਵੀ ਹੈ ਕੋਈ ਹਰੀ ਕਾ ਜਾਗਦਾ?
ਸਤਿਗੁਰੂ ਜੀ ਨਾ ਅੰਦਰ ਤੰਬੂ ਦੇ ਬਾਹਰੇ ਪਹਿਰੇ ਤੇ ਡੋਗਰੇ ਖਲੋਤੇ ਸੀ ਦਾਸ ਉਹਨਾਂ ਹਰੀਕੇ ਵਾਲਿਆਂ ਦੇ, ਜਿਹੜੇ ਹਰੀਕੇ ਜ਼ਿਮੀਂਦਾਰ ਸਨ। ਮਹਾਰਾਜ ਜੀ ਅੰਦਰੋਂ ਆਵਾਜ਼ ਮਾਰ ਕੇ ਪੁੱਛਦੇ, ਕਹਿੰਦੇ ਵੀ ਹੈ ਕੋਈ ਹਰੀਕਾ ਜਾਗਦਾ? ਸਤਿਗੁਰੂ ਕਲਗੀਧਰ ਜੀ ਏਦਾਂ ਪੁੱਛਦੇ ਹਨ, ਪਹਿਰਾ ਦੇਣ ਆਏ ਕਿ ਨਾ ਕੋਈ? ਆਇਆ ਕੋਈ ਹਰੀਕਾ ਪਹਿਰਾ ਦੇਣ ਕੇ ਨਹੀਂ? ਸਤਿਗੁਰੂ ਏਦਾਂ ਪੁੱਛਿਆ, ਆਇਆ ਹੈ ਕੋਈ ਹਰੀਕੇ ਪਿੰਡ ਚੋਂ ਪਹਿਰਾ ਦੇਣ? ਕਹਿਤ ਪਏ ਹਮ ਡੋਗਰ ਆਏ। ਅੱਗੋਂ ਇਹ ਬੋਲੇ ਜਿਹੜੇ ਡੋਗਰੇ ਖੜੇ ਸੀ ਬਾਹਰ, ਕਹਿੰਦੇ ਮਹਾਰਾਜ ਹਰੀਕਿਆਂ ਦੇ ਨੌਕਰਾਂ ਅਸੀਂ ਡੋਗਰੇ ਅਸੀਂ ਆਏ ਆ, ਹਰੀਕੇ ਨਹੀਂ ਆਏ ਮਹਾਰਾਜ, ਅਸੀਂ ਡੋਗਰੇ ਆਏ ਹਾਂ। ਹਿਤ ਪਹਿਰੇ ਕੇ ਤਿਨਹੁ ਪਠਾਏ। ਹਰੀਕੇ ਵਾਲਿਆਂ ਨੇ ਸਾਨੂੰ ਪਹਿਰੇ ਤੇ ਭੇਜਿਆ, ਅਸੀਂ ਪਹਿਰੇਦਾਰੀ ਕਰਨ ਆਏ ਹਾਂ। ਸਭ ਜਾਗਰਤ ਹੈ ਬਨ ਸਵਧਾਨ। ਤੇ ਮਹਾਰਾਜ ਸਾਰੇ ਤਿਆਰ ਬਰ ਤਿਆਰ ਨੇ, ਜਾਗਦੇ ਨੇ, ਪਹਿਰੇ ਦੇ ਉੱਤੇ ਸਾਰੇ ਤਿਆਰ ਬਰ ਤਿਆਰ ਹੋ ਕੇ ਖਲੋਤੇ ਨੇ। ਸੁਪਤ ਹੋ ਆਪ ਗੁਰੂ ਭਗਵਾਨ। ਇਹ ਗੁਰੂ ਭਗਵਾਨ ਜੀ ਆਪ ਜੀ ਬਿਰਾਜੋ, ਆਪ ਜੀ ਸੁਖ ਲਵੋ, ਬਖਸ਼ਿਸ਼ ਕਰਿਓ ਚਹਿਤ ਹੈ ਕੋਈ। ਸਤਿਗੁਰੂ ਸੱਚੇ ਪਾਤਸ਼ਾਹ ਤਾਂ ਚਾਹੁੰਦੇ ਸੀ ਵੀ ਜੇ ਕੋਈ ਹੁੰਦਾ ਹਰੀਕੇ ਵਿੱਚੋਂ ਤੇ ਉਹਨੂੰ ਬਖਸ਼ਿਸ਼ ਕਰ ਦੇ, ਪਰ ਕੋਈ ਆਇਆ ਹੀ ਨਹੀਂ। ਮਹਾਰਾਜ ਜੀ ਨੇ ਆਵਾਜ਼ ਮਾਰ ਕੇ ਪੁੱਛਿਆ, ਹੈ ਕੋਈ ਹਰੀਕਾ, ਕੋਈ ਪਹਿਰਾ ਦੇਣ ਆਇਆ ਕਿ ਹਰੀਕਾ ਕਿ ਨਹੀਂ? ਅੱਗੋਂ ਡੋਗਰਿਆਂ ਨੇ ਕਿਹਾ, ਮਹਾਰਾਜ ਨਹੀਂ ਹਰੀਕਾ ਨਹੀਂ ਕੋਈ ਆਇਆ, ਅਸੀਂ ਉਹਨਾਂ ਦੇ ਨੌਕਰ ਅਸੀਂ ਆਏ ਆ। ਮਹਾਰਾਜ ਜੀ ਚੁੱਪ ਕਰਕੇ ਫਿਰ ਬਿਰਾਜ ਗਏ। ਕਲਗੀਧਰ ਜੀ ਚਾਹੁੰਦੇ ਸਨ ਕੋਈ ਹਰੀਕਾ ਆਉਂਦਾ ਤੇ ਉਹਦੇ ਤੇ ਬਖਸ਼ਿਸ਼ ਕਰਦੇ, ਭਾਗ ਬਿਨਾ ਕਿਮ ਪ੍ਰਾਪਤ ਹੋਈ। ਪਰ ਅੱਗੋਂ ਜਿਨ੍ਹਾਂ ਦੇ ਭਾਗ ਹੀ ਨਹੀਂ ਸਨ ਉਹਨਾਂ ਨੂੰ ਮਿਲਦਾ ਕਿਵੇਂ? ਭਾਗਾਂ ਤੋਂ ਬਿਨਾਂ ਉਹਨਾਂ ਨੂੰ ਦਾਤ ਕਿਵੇਂ ਪ੍ਰਾਪਤ ਹੁੰਦੀ? ਆਧੀ ਰਾਤ ਬੀਤੀ ਜਬ ਜਾਨੀ। ਏਦਾਂ ਜਦੋਂ ਅੱਧੀ ਕੁ ਰਾਤ ਫਿਰ ਬੀਤ ਗਈ, 12-1 ਵਜੇ ਦਾ ਸਮਾਂ ਹੋਇਆ, ਉੱਚੀ ਧੁਨ ਤੇ ਪ੍ਰਭੂ ਬਖਾਨੀ। ਸਤਿਗੁਰੂ ਜੀ ਫਿਰ ਦੂਜੀ ਵਾਰ ਉੱਚੀ ਆਵਾਜ਼ ਵਿੱਚ ਬੋਲੇ, ਆਏ ਕਿ ਨਹੀਂ ਹਰੀ ਕਾ ਕੋਈ। ਫਿਰ ਪੁੱਛਦੇ ਵੀ ਆਇਆ ਕੋਈ ਹਰੀਕਾ ਕਿ ਨਹੀਂ? ਮਹਾਰਾਜ ਜੀ ਦੂਜੀ ਵਾਰ ਫਿਰ ਆਵਾਜ਼ ਮਾਰੀ, ਆਇਆ ਕੋਈ ਹਰੀਕਾ ਕਿ ਨਹੀਂ? ਇਤ ਸੋਝੀ ਲੈ ਬੇ ਇਤ ਸੋਈ। ਕੋਈ ਆਇਆ ਇੱਥੇ ਸੋਝੀ ਲੈਣ ਵਾਸਤੇ ਕਿ ਪਹਿਰਾ ਲੱਗਾ, ਕਿ ਤੁਹਾਨੂੰ ਭੇਜ ਛੱਡਿਆ ਡੋਗਰਿਆਂ ਨੂੰ, ਕਿ ਮੁੜ ਕੇ ਪਿੱਛੋਂ ਤੁਹਾਡੀ ਕੋਈ ਖਬਰ ਲੈਣ ਆਇਆ? ਮਹਾਰਾਜ ਜੀ ਕਹਿੰਦੇ ਕੋਈ ਆਇਆ ਕਿ ਨਹੀਂ? ਹਮ ਡੋਗਰ ਠਾਡੇ ਤਿਨ ਦਾਸ। ਅੱਗੋਂ ਫਿਰ ਇਹ ਡੋਗਰੇ ਬੋਲੇ, ਕਹਿੰਦੇ ਨਹੀਂ ਮਹਾਰਾਜ ਅਸੀਂ ਡੋਗਰੇ ਖੜੇ ਆ, ਉਹਨਾਂ ਹਰੀਕਿਆਂ ਦੇ ਨੌਕਰ ਹਾਂ, ਅਸੀਂ ਦਾਸ ਹਾਂ। ਪਹਿਰਾ ਦੇਤ ਜਾਗਤੇ ਪਾਸ। ਤੁਹਾਡੇ ਪਾਸ ਖਲੋਤੇ ਅਸੀਂ ਪਹਿਰਾ ਦੇ ਰਹੇ ਹਾਂ, ਜਾਗਦੇ ਹਾਂ। ਸੋ ਨਿਸ ਬਿਖੈ ਹੋਤ ਮਦ ਪਾਨੀ। ਮਹਾਰਾਜ ਉਹ ਹਰੀਕੇ ਵਾਲੇ ਤਾਂ ਮਹਾਰਾਜ ਜਿਹੜੇ ਸਾਡੇ ਮਾਲਕ ਨੇ, ਉਹ ਤਾਂ ਇਸ ਵੇਲੇ ਸ਼ਰਾਬਾਂ ਪੀ ਕੇ ਮਦ ਦੇ ਨਸ਼ੇ ਵਿੱਚ ਮਸਤ ਹੋ ਕੇ ਸੌ ਜਾਂਦੇ ਨੇ। ਮਹਾਰਾਜ ਉਹ ਤਾਂ ਮਦ ਪਾਨੀ, ਮਦ ਦਾ ਮਤਲਬ ਹੁੰਦਾ ਸ਼ਰਾਬ, ਉਹ ਤਾਂ ਸ਼ਰਾਬ ਪੀ ਕੇ ਮਹਾਰਾਜ ਇਸ ਵੇਲੇ ਮਸਤ ਹੋ ਕੇ ਮਰਿਆਂ ਦੇ ਬਰਾਬਰ ਪਏ ਹੋਏ ਨੇ। ਸੁਪਤੇ ਸਦਨ ਬਿਖੈ ਸੁਖ ਠਾਨੀ। ਉਹ ਆਪੋ ਆਪਣੇ ਆਸਣਾਂ ਤੇ ਘਰਾਂ 'ਚ ਸੁੱਤੇ ਪਏ ਨੇ ਸ਼ਰਾਬ ਪੀ ਕੇ। ਦਾਸ ਤਿਨਹੁ ਕੇ ਤਥਾ ਤੁਮਾਰੇ। ਮਹਾਰਾਜ ਅਸੀਂ ਉਹਨਾਂ ਦੇ ਦਾਸ ਹਾਂ, ਜਿਹੋ ਜੇ ਉਹਨਾਂ ਦੇ ਦਾਸ ਹੋ ਜੇ ਤੁਹਾਡੇ ਦਾਸ ਹਾਂ। ਮਹਾਰਾਜ ਜੇ ਅਸੀਂ ਉਹਨਾਂ ਦੇ ਦਾਸ ਹਾਂ ਹਰੀਕੇ ਵਾਲਿਆਂ ਦੇ, ਉਸੇ ਤਰ੍ਹਾਂ ਅਸੀਂ ਤੁਹਾਡੇ ਵੀ ਦਾਸ ਹਾਂ। ਹਮ ਸਵਧਾਨ ਖਰੇ ਅਬ ਸਾਰੇ। ਅਸੀਂ ਸਾਰੇ ਡੋਗਰੇ ਸਾਵਧਾਨ ਹੋ ਕੇ ਖੜੇ ਆਂ ਆਪ ਜੀ ਦੇ ਪਹਿਰੇ ਵਿੱਚ। ਹੁਣ ਤੂਛਨ ਹੋਏ ਰਾਤ ਬਿਤਾਈ। ਮਹਾਰਾਜ ਜੀ ਫਿਰ ਚੁੱਪ ਹੋ ਗਏ, ਕੁਝ ਨਹੀਂ ਬੋਲੇ ਤੇ ਰਾਤ ਬੀਤੀ। ਸ਼ਾਮ ਰਹੀ ਜਬ ਕਹਿਓ ਗੋਸਾਈ। ਜਦੋਂ ਇੱਕ ਪਹਿਰ ਰਾਤ ਰਹਿ ਗਈ, ਅੰਮ੍ਰਿਤ ਵੇਲੇ ਦਾ ਸਮਾਂ ਹੋਇਆ, ਸਤਿਗੁਰੂ ਜੀ ਫਿਰ ਬੋਲੇ, ਆਏ ਕਿ ਨਹੀਂ ਹਰੀ ਕਾ ਅਬੈ। ਮਹਾਰਾਜ ਜੀ ਕਹਿੰਦੇ ਹਾਲੇ ਵੀ ਕੋਈ ਹਰੀ ਕਾ ਆਇਆ ਕਿ ਨਹੀਂ? ਤੀਜੀ ਵਾਰ ਅੰਮ੍ਰਿਤ ਵੇਲੇ ਸਤਿਗੁਰਾਂ ਪੁੱਛਿਆ, ਆਇਆ ਕੋਈ ਹਰੀ ਕਾ ਕਿ ਨਹੀਂ? ਲੈ ਬੇਹਿਤ ਪਹਿਰੇ ਸੁਧ ਸਵੈ। ਜਿਹੜੇ ਪਹਿਰੇ ਤੇ ਖਲੋਤੇ ਨੇ ਇਹਨਾਂ ਦੀ ਖਬਰ ਨੂੰ ਕੋਈ ਆਇਆ ਕਿ ਨਹੀਂ? ਕਿ ਜਿਹੜੇ ਬੰਦੇ ਭੇਜ ਦਿੱਤੇ ਮੁੜ ਕੇ ਉਹਨਾਂ ਦੀ ਖਬਰ ਨਹੀਂ ਸੀ ਲੈਣੀ ਵੀ ਖੜੇ ਨੇ ਕਿ ਨਹੀਂ ਖੜੇ? ਕੋਈ ਆਇਆ ਕਿ ਨਹੀਂ ਖਬਰ ਇਹਨਾਂ ਦੀ ਲੈਣ ਵਾਸਤੇ ਪਹਿਰੇ ਤੇ? ਉਨ ਡੋਗਰ ਬੋਲੇ ਹਮ ਅਹੈ। ਸੁਣ ਕੇ ਫਿਰ ਅੱਗੋਂ ਡੋਗਰੇ ਬੋਲੇ, ਕਹਿਣ ਲੱਗੇ ਮਹਾਰਾਜ ਅਸੀਂ ਹਾਂ। ਪਹਿਰਾ ਦੇ ਸਵਧਾਨੀ ਰਹੈ। ਮਹਾਰਾਜ ਅਸੀਂ ਪਹਿਰਾ ਦੇ ਰਹੇ ਹਾਂ, ਪੂਰੀ ਸਾਵਧਾਨੀ ਹੈ, ਅਸੀਂ ਪੂਰੇ ਸੁਚੇਤ ਹਾਂ। ਇਸ ਛਿਨ ਕੌਣ ਹਰੀ ਕਾ ਆਵੈ। ਮਹਾਰਾਜ ਇਸ ਵੇਲੇ ਕਿਹੜੇ ਹਰੀਕੇ ਨੇ ਆਉਣਾ,
ਕਿਹੜੇ ਹਰੀ ਕੇ ਬੰਦੇ ਦੇ ਪੰਚ ਸਰਪੰਚ ਨੇ ਆਉਣਾ ਹੈ? ਪੀ ਪੀ ਮਦ ਘਰ ਮਹਿ ਸੋ ਪਤਾਵੈ। ਉਹ ਤਾਂ ਸਾਰੇ ਸ਼ਰਾਬ ਪੀ ਪੀ ਕੇ ਘਰਾਂ ਵਿੱਚ ਸੁੱਤੇ ਪਏ ਨੇ, ਮੂਧੜੇ ਮੂੰਹ ਪਏ ਹੋਣੇ ਨੇ। ਹਮ ਹਜ਼ੂਰ ਰਾਵਰ ਕੇ ਖਰੇ। ਮਹਾਰਾਜ ਅਸੀਂ ਤੁਹਾਡੇ ਹਜੂਰ ਖੜੇ ਹਾਂ, ਅਸੀਂ ਤੁਹਾਡੇ ਸਨਮੁਖ ਖੜੇ ਹਾਂ। ਆਗਿਆ ਦੇਹੋ ਤਥਾ ਅਬ ਕਰੇ। ਮਹਾਰਾਜ ਹੁਕਮ ਕਰੋ, ਜਿਹੜਾ ਹਰੀਕਿਆਂ ਨੂੰ ਕਹਿਣਾ ਹੁਕਮ ਉਹ ਸਾਨੂੰ ਕਰ ਦਿਓ ਮਹਾਰਾਜ। ਡੋਗਰੇ ਕਹਿੰਦੇ ਮਹਾਰਾਜ ਜਿਹੜੀ ਗੱਲ ਉਹਨਾਂ ਨੂੰ ਕਹਿਣੀ ਆਪ ਜੀ ਨੇ ਹਰੀਕਿਆਂ ਨੂੰ, ਸਾਨੂੰ ਕਹਿ ਦਿਓ ਕੀ ਹੁਕਮ ਹੈ ਸਾਡੇ ਲਈ, ਕੀ ਆਗਿਆ ਹੈ। ਸੇਵਾ ਕਰ ਹੈ ਸਰਬ ਪ੍ਰਕਾਰੀ। ਜਿਸ ਤਰ੍ਹਾਂ ਦੀ ਸੇਵਾ ਆਪ ਜੀ ਕਹੋਗੇ ਅਸੀਂ ਸਰਬ ਪ੍ਰਕਾਰ ਦੀ ਸੇਵਾ ਆਪ ਜੀ ਦੀ ਕਰਾਂਗੇ। ਹਮ ਡੋਗਰ ਸਗਰੇ ਅਨੁਸਾਰੀ। ਮਹਾਰਾਜ ਅਸੀਂ ਸਾਰੇ ਡੋਗਰੇ ਤੁਹਾਡੇ ਅਨੁਸਾਰੀ ਹਾਂ, ਤੁਹਾਡੇ ਅਧੀਨ ਹਾਂ। ਸੁਨ ਕਰ ਬਿਨੈ ਸਮੇਤ ਕਿਰਪਾਲਾ। ਜਦੋਂ ਡੋਗਰਿਆਂ ਨੇ ਇਸ ਤਰ੍ਹਾਂ ਬੇਨਤੀ ਕੀਤੀ, ਇਹਨਾਂ ਦੀ ਬੇਨਤੀ ਸੁਣ ਕੇ ਕਿਰਪਾਲੂ ਸਤਿਗੁਰੂ ਜੀ ਦੀਨ ਸਬਰ ਤਿਨ ਕੋ ਤਤਕਾਲਾ। ਮਹਾਰਾਜ ਜੀ ਨੇ ਇਹਨਾਂ ਨੂੰ ਤਾਤਕਾਲ ਉਸੇ ਵੇਲੇ ਵਰ ਬਖਸ਼ਿਆ। ਅੰਮ੍ਰਿਤ ਵੇਲੇ ਦਾ ਸਮਾਂ ਇਹਨਾਂ ਡੋਗਰ ਭਾਈਚਾਰੇ ਦੇ ਲੋਕਾਂ ਨੂੰ ਸਤਿਗੁਰਾਂ ਨੇ ਵਰ ਬਖਸ਼ਿਆ। ਬਸਦੇ ਰਹੋ ਤੀਰ ਇਸ ਨਈ। ਮਹਾਰਾਜ ਜੀ ਕਹਿੰਦੇ ਇਸ ਨਈ, ਆ ਜਿਹੜੀ ਨਦੀ ਯਾਨੀ ਕਿ ਸਤਲੁਜ ਦਰਿਆ, ਇਹਦੇ ਨੇੜੇ ਨੇੜੇ ਕੰਢਿਆਂ ਤੇ ਵਸਦੇ ਰਹੋ ਭਾਈ, ਤੁਸੀਂ ਵਸਦੇ ਰਹੋ। ਅੱਜ ਵੀ ਉਹ ਫਿਰੋਜ਼ਪੁਰ ਦੇ ਜ਼ਿਲ੍ਹੇ ਦੇ ਇਲਾਕੇ ਦੇ ਵਿੱਚ ਉਹ ਦਰਿਆ ਦੇ ਕੰਢੇ ਕੰਢੇ ਇਹਨਾਂ ਡੋਗਰ ਭਾਈਚਾਰੇ ਦੇ ਬਹੁਤ ਸਾਰੇ ਪਿੰਡ ਜਿਹੜੇ ਨੇ ਵਸੋਂ ਜਿਹੜੀ ਆ ਉੱਥੇ ਵਸਦੀ ਹੈ। ਕਲਗੀਧਰ ਜੀ ਨੇ ਆਖਿਆ ਵਸਦੇ ਰਹੋ ਭਾਈ। ਇਸ ਨਈ ਦਾ ਮਤਲਬ ਨਹਿਰ ਦੇ ਕੰਢੇ ਕੰਢੇ। ਨਈ ਚੌਧਰਤਾ ਤੁਮ ਕੋ ਦਈ। ਨਵੀਂ ਚੌਧਰਤਾ ਤੁਹਾਨੂੰ ਦਿੱਤੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਹਿਲਾ ਵਾਰੀ ਕੇ ਚੌਧਰੀ ਸਨ। ਇਹਨਾਂ ਡੋਗਰਿਆਂ ਵਿੱਚ ਕਦੇ ਕੋਈ ਚੌਧਰੀ ਬਣਿਆ ਹੀ ਨਹੀਂ ਸੀ। ਮਹਾਰਾਜ ਜੀ ਕਹਿੰਦੇ ਤੁਹਾਨੂੰ ਨਵੀਂ ਚੌਧਰਤਾ ਤੁਹਾਨੂੰ ਡੋਗਰਿਆਂ ਨੂੰ ਦਿੱਤੀ। ਤੁਸੀਂ ਹੁਣ ਨਵੇਂ ਚੌਧਰੀ ਹੋਵੋਗੇ ਇਸ ਇਲਾਕੇ ਦੇ। ਨੈ ਕੇ ਤੀਰ ਤੀਰ ਜੋ ਦੇਸ਼। ਜਿਹੜਾ ਇਸ ਨਦੀ ਦੇ ਤੀਰ ਤੀਰ ਦੇਸ਼ ਹੈ, ਹੋਏ ਤੁਹਾਰੋ ਦੇਸ਼ ਅਸ਼ੇਸ਼। ਇਹ ਤੁਹਾਡਾ ਇਲਾਕਾ ਹੋਵੇਗਾ, ਡੋਗਰ ਭਾਈਚਾਰੇ ਦਾ ਇਲਾਕਾ ਹੋਵੇਗਾ। ਸੁਨ ਕਿਰਪਾਲ ਤੇ ਬਖਸ਼ਿਸ਼ ਬਾਨੀ। ਕਿਰਪਾਲੂ ਸਤਿਗੁਰਾਂ ਦੇ ਕੋਲੋਂ ਇਹ ਬਖਸ਼ਿਸ਼ ਭਰੀ ਬਾਣੀ ਜਦੋਂ ਇਹਨਾਂ ਡੋਗਰਾਂ ਨੇ ਸੁਣੀ, ਨਿਕਟ ਆਏ ਸਭ ਬੰਧਨ ਠਾਨੀ। ਸਤਿਗੁਰੂ ਜੀ ਉੱਠ ਚੁੱਕੇ ਅੰਮ੍ਰਿਤ ਵੇਲੇ, ਪਾਤਸ਼ਾਹ ਤਿਆਰ ਬਰ ਤਿਆਰ ਨੇ। ਤੋ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਨਾ ਸਾਰੇ ਡੋਗਰਿਆਂ ਨੇ ਮੱਥਾ ਟੇਕਿਆ, ਬੰਦਨਾ ਕੀਤੀ। ਰਾਵਰ ਕੇ ਬਚ ਸਦਾ ਸਥਿਰ ਹੈ। ਆਖਿਆ ਮਹਾਰਾਜ ਆਪ ਜੀ ਦੇ ਕਹੇ ਹੋਏ ਵਾਕ ਹਮੇਸ਼ਾ ਸੱਚ ਹਨ। ਜੋ ਤੁਸੀਂ ਕਹਿੰਦੇ ਹੋ ਸੱਤ ਹੈ, ਸੱਤ ਹੈ। ਕਲਗੀਧਰ ਜੀ ਆਪ ਜੀ ਦਾ ਹਰ ਵਾਕ ਸੱਤ ਹੈ। ਦੇਖ ਦੀਨ ਕੋ ਬਖਸ਼ਨ ਕਰ ਹੈ। ਤੁਸੀਂ ਦੀਨਾਂ ਨੂੰ ਵੇਖ ਕੇ, ਗਰੀਬਾਂ ਨੂੰ ਵੇਖ ਕੇ ਬਖਸ਼ਿਸ਼ਾਂ ਕਰਦੇ ਹੋ ਮਹਾਰਾਜ। ਤੁਸੀਂ ਗਰੀਬਾਂ ਨੂੰ ਨਿਵਾਜਣ ਵਾਲੇ ਗਰੀਬ ਨਿਵਾਜ ਹੋ। ਤਬ ਤੇ ਦਿਨ ਪ੍ਰਤ ਡੋਗਰ ਦੇਸ਼। ਕਹਿੰਦੇ ਉਸੇ ਦਿਨ ਤੋਂ ਕਲਗੀਧਰ ਜੀ ਦੇ ਬਚਨਾਂ ਦੀ ਕਲਾ ਵਰਤੀ। ਮਹਾਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਬਸ ਉਸੇ ਦਿਨ ਤੋਂ ਇਹਨਾਂ ਦੀ ਗਿਣਤੀ ਇਸ ਦੇਸ਼ ਵਿੱਚ ਵਧਣ ਲੱਗੀ। ਨਦੀ ਦੇ ਸਤਲੁਜ ਦਰਿਆ ਦੇ ਕੰਢੇ ਕੰਢੇ ਇਹਨਾਂ ਦੀ ਗਿਣਤੀ ਵਧਣ ਲੱਗੀ। ਸਨੇ ਸਨੇ ਹੋਏ ਗਇਓ ਅਸ਼ੇਸ਼। ਔਰ ਸਹਿਜੇ ਸਹਿਜੇ ਇਹਨਾਂ ਦਾ ਵੱਡਾ ਭਾਰੀ ਦੇਸ਼ ਹੋ ਗਿਆ। ਸਹਿਜੇ ਸਹਿਜੇ ਵੱਡੇ ਇਲਾਕੇ ਦੇ ਮਾਲਕ ਹੋ ਗਏ। ਮੂੜ ਹਰੀ ਕੇ ਸਕੈ ਨ ਲੇ। ਗੁਰਦੇਵ ਜੀ ਤਾਂ ਇਹ ਦਾਤਾ ਹਰੀਕਿਆਂ ਨੂੰ ਦੇਣਾ ਚਾਹੁੰਦੇ ਸਨ, ਪਰ ਉਹ ਮੂਰਖ ਲੈ ਨਹੀਂ ਸਕੇ। ਸ਼ਰਾਬ ਦੇ ਨਸ਼ੇ 'ਚ ਘੁੱਕ ਹੋ ਕੇ ਸੁੱਤੇ ਰਹਿ ਗਏ, ਸਤਿਗੁਰਾਂ ਦੇ ਪਹਿਰੇ ਤੇ ਨਹੀਂ ਆਏ। ਅਸਲੀਅਤ ਇਹ ਹੈ ਕਿ ਮਨੁੱਖ ਹੰਕਾਰ ਦੇ ਨਸ਼ੇ ਦੀ ਸ਼ਰਾਬ ਦੇ ਵਿੱਚ ਸੁੱਤਾ ਪਿਆ। ਸਤਿਗੁਰੂ ਆਵਾਜ਼ਾਂ ਮਾਰ ਮਾਰ ਪੁੱਛਦੇ ਆ, ਹੈ ਕੋਈ? ਪਾਤਸ਼ਾਹ ਤਾਂ ਬਖਸ਼ਿਸ਼ ਕਰਨਾ ਚਾਹੁੰਦੇ ਨੇ, ਪਰ ਹੰਕਾਰ ਦੀ ਸ਼ਰਾਬ ਦੇ ਨਸ਼ੇ ਵਿੱਚ ਸੁੱਤਾ ਪਿਆ ਮਨੁੱਖ ਗੁਰੂ ਕੀਆਂ ਬਖਸ਼ਿਸ਼ਾਂ ਤੋਂ ਬਿਰਵਾ ਤੇ ਖਾਲੀ ਰਹਿ ਜਾਂਦਾ ਹੈ। ਪੀਓ ਮਦਰੋ ਧਨ ਮਤਵੰਤਾ, ਏਕਾ ਸੇਜ ਵਿਛੀ ਧਨ ਕੰਤਾ। ਪੀਓ ਮਦਰੋ ਧਨ ਮਤਵੰਤਾ, ਧਨ ਜਾਗੈ ਜੇ ਪਿਰ ਬੋਲੰਤਾ। ਸਤਿਗੁਰੂ ਜੀ ਆਵਾਜ਼ ਮਾਰਦੇ ਹਨ, ਹੈ ਕੋਈ ਹਰੀ ਕਾ?
ਹਰੀ ਕਾ ਕੋਈ ਰੱਬ ਦਾ ਪਿਆਰਾ ਹੈ ਬਈ, ਪਰ ਅੱਗੋਂ ਜਿਹਨੇ ਪੀਤੀ ਸ਼ਰਾਬ ਹੈ ਹੰਕਾਰ ਦੀ, ਉਹ ਕਿੱਥੇ ਸੁਣੇ, ਸੁੱਤਾ ਪਿਆ। ਛੱਡਣਾ ਪਵੇਗਾ ਹੰਕਾਰ ਨੂੰ। ਇਹ ਡੋਗਰਾਂ ਨੇ ਹੰਕਾਰ ਛੱਡ ਕੇ ਵਿਨਿਮਰਤਾ ਧਾਰਨ ਕੀਤੀ, ਗੁਰੂ ਕੀ ਬਖਸ਼ਿਸ਼ ਦੇ ਪਾਤਰ ਬਣ ਗਏ। ਇਹ ਸਿਧਾਂਤ ਹੈ ਇਸ ਕਥਾ ਵਿੱਚ। ਉਹ ਹਰੀਕਿਆਂ ਦੇ ਭਾਗ ਮਾੜੇ ਸਨ, ਉਹਨਾਂ ਪਿੰਡ ਵਾਲਿਆਂ ਦੇ। ਗੁਰਦੇਵ ਆਵਾਜ਼ਾਂ ਮਾਰਦੇ ਰਹੇ, ਨਹੀਂ ਪ੍ਰਾਪਤ ਕਰ ਸਕੇ। ਗੁਰ ਚਿਤ ਚਹਿਤ ਰਹੇ ਕੁਛ ਦੇ, ਸਤਿਗੁਰੂ ਜੀ ਚਾਹੁੰਦੇ ਰਹੇ ਕਿ ਅਸੀਂ ਉਹਨਾਂ ਨੂੰ ਕੁਝ ਬਖਸ਼ੀਏ, ਕੁਝ ਦੇਈਏ, ਸੋਚ ਇਸ਼ਨਾਨ ਠਾਨ ਕਰ ਫੇਰ। ਪਰ ਉਹ ਭਾਗ ਵਿਹੂਣੇ ਬੰਦੇ ਨਹੀਂ ਲੈ ਸਕੇ ਦਾਤ ਸਤਿਗੁਰਾਂ ਕੋਲੋਂ। ਇਧਰ ਸਤਿਗੁਰੂ ਜੀ ਅੰਮ੍ਰਿਤ ਵੇਲਾ ਹੋ ਗਿਆ, ਉੱਠ ਕੇ ਸਤਿਗੁਰਾਂ ਨੇ ਸੋਚ ਇਸ਼ਨਾਨ ਕੀਤਾ, ਤਿਆਰ ਬਰ ਤਿਆਰ ਹੋਏ। ਚੜ ਪ੍ਰਭ ਚਾਲੇ ਹੋਤ ਸਵੇਰ, ਅੰਮ੍ਰਿਤ ਵੇਲਾ ਬਤੀਤ ਹੋਇਆ, ਦਿਨ ਚੜਿਆ, ਲੋ ਲੱਗੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਤਿਹ ਸੰਮੂ ਨਗਰ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਨੂੰ ਚੱਲ ਪਏ। ਕੇਤਿਕ ਕੋਸ ਉਲੰਘ ਕਰ ਗਏ, ਔਰ ਸਤਿਗੁਰੂ ਜੀ ਇੱਥੋਂ ਅਗਲੇ ਪਾਸੇ ਨੂੰ ਚਲੇ ਗਏ। ਖੇਤਾਂ ਦਾ ਇਲਾਕਾ, ਜੰਗਲ ਦਾ ਹੀ ਇਲਾਕਾ ਹੈ। ਪੱਤਾ ਤੇ ਸਮੂਹ ਦੀਆਂ ਟਾਹਲੀਆਂ ਕਹਿੰਦੇ ਹਨ, ਉਸ ਇਲਾਕੇ ਵਿੱਚ ਹਨ। ਇਹ ਡੋਗਰਾਂ ਨੇ ਮੋੜੀਆਂ ਗੱਡੀਆਂ ਸਨ ਉੱਥੇ ਆਪਣੇ ਪਿੰਡਾਂ ਦੀਆਂ, ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਨਾਲ। ਤੋ ਫਤਿਹ ਸਮੂਹ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਚੱਲ ਪਏ। ਵਿੱਚ ਉਦਿਆਨ ਉਤਰਤੇ ਭਏ, ਔਰ ਅੱਗੇ ਬਿਲਕੁਲ ਸੰਘਣਾ ਜੰਗਲ ਸੀ, ਉਦਿਆਨ। ਉੱਥੇ ਜਾ ਕੇ ਸਤਿਗੁਰੂ ਜੀ ਉਤਰੇ। ਪੱਧਰੀ ਬਡੋ ਤਰੋਵਰ ਖਰਿਓ, ਉੱਥੇ ਇੱਕ ਵੱਡੀ ਬੇਰੀ ਦਾ ਦਰਖਤ ਖੜਾ ਹੈ। ਤਿਸਕੇ ਤਰੇ ਸਿਵਰ ਗੁਰ ਕਰਿਓ, ਉਸ ਸੰਘਣੀ ਬੇਰੀ ਦੀ ਛਾਂ ਵੇਖ ਕੇ ਸਤਿਗੁਰਾਂ ਨੇ ਉਹਦੇ ਥੱਲੇ ਹੀ ਉਤਾਰਾ ਕੀਤਾ। ਇੱਕ ਰਾਤ ਤਹਿ ਬਸੇ ਬਤਾਈ, ਇੱਕ ਰਾਤ ਸਤਿਗੁਰੂ ਜੀ ਨੇ ਉਸ ਬੇਰੀ ਦੇ ਥੱਲੇ ਬਤੀਤ ਕੀਤੀ। ਪ੍ਰਭ ਪੁਨ ਚੜੇ ਪ੍ਰਾਤ ਹੋਏ ਆਈ, ਅਗਲਾ ਦਿਨ ਹੋਇਆ ਤੇ ਸਤਿਗੁਰੂ ਜੀ ਇੱਥੋਂ ਅੱਗੇ ਨੂੰ ਚੱਲ ਪਏ। ਕੇਤਿਕ ਕੋਸ ਕੀਨ ਪ੍ਰਸਥਾਨਾ, ਕੁਝ ਕੋਹ ਦਾ ਪੈਂਡਾ ਤੈਅ ਕਰਕੇ ਸਤਿਗੁਰੂ ਜੀ ਅੱਗੇ ਆਏ। ਜੰਗਲ ਦੇ ਇਲਾਕੇ ਵਿੱਚ ਵਿਚਰਦਿਆਂ ਜਾਏ ਪਹੁੰਚੇ ਤਬ ਇੱਕ ਥਾਨਾ, ਤੋ ਚਲਦਿਆਂ ਚਲਦਿਆਂ ਇੱਕ ਥਾਂ ਤੇ ਸਤਿਗੁਰੂ ਜੀ ਪਹੁੰਚੇ।